अकाल मूरत अजूनी सैभं गुरप्रसाद जप आद सच जुगाद सच है भी सच नानक होसी भी सच चक्र चिन्ह आर बरन जात आर पात नहन जेह रूप रंग आर रेख पेख को कहना सकत केह अचल मूरत अनपौ प्रकाश हमें तोज कह जाए कोट इंद्र इंद्राण साहे साहण गणज त्रिभुवन महीप सुर नर असुर नेत नेत बन तृण कहत त्वै सर्ब नाम कथा कवन कर्म नाम बरनत सुमत मेल लहु दयाल टह पे दुआरिया रख ले वहो दीन दयाल प्रमत बहु हारिया भगत वत्सल तेरा बिरद हर पतत उदारिया तुझ बिन नहीं को बिना मोहे सारिया कर गहल हो दयाल सागर संसारिया सज्जन सच्चा पातशाहो सिर साहांदा साहो जिस पास बैठिया सोहिया
ਸਭਨਾਂ ਦਾ ਵਿਸਾਹੋ। ਜਿਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ। ਅਮੇ ਦ੍ਰਿਸ਼ਟ ਸੁਭ ਕਰੈ, ਹਰੈ ਅਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ, ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ। ਗੁਰ ਨਵ ਨਿਧ ਦਰਿਆਓ, ਜਨਮ ਹਮ ਕਾਲਖ ਤੋਵੈ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅਸੋਨ ਪ੍ਰੇਮ ਉਮਹੜਾ, ਕਿਉ ਮਿਲਿਆ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਹਾਣੇ, ਕੋਈ ਆਣ ਮਿਲਾਵੈ ਮਾਏ। ਅਸੋਨ ਪ੍ਰੇਮ ਉਮਹੜਾ, ਕਿਉ ਮਿਲਿਆ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਹਾਣੇ, ਕੋਈ ਆਣ ਮਿਲਾਵੈ ਮਾਏ। ਸੰਤ ਸਹਾਏ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਵਿਣ ਪ੍ਰਭ ਕਿਉ ਸੁਖ ਪਾਈਐ, ਦੂਜੇ ਨਾਹੇ ਜਾਏ। ਜਿਨੇ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਕਾਏ। ਆਪ ਤਿਆਗ ਬਿਨਤੇ ਕਰਹਿ, ਲਹੋ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਇਆ, ਸੇ ਵਿਛੜ ਕਤਹਿ ਨਾ ਜਾਏ। ਪ੍ਰਭ ਵਿਣ ਦੂਜਾ ਕੋ ਨਹਿ, ਨਾਨਕ ਹਰ ਸ਼ਰਣਾਏ। ਆਸੋ ਸੁਖੇ ਵਸੰਦੀਆਂ, ਜਿਨਾ ਮਇਆ ਹਰ ਰਾਏ। ਪ੍ਰਭ ਵਿਣ ਦੂਜਾ ਕੋ ਨਹਿ, ਨਾਨਕ ਹਰ ਸ਼ਰਣਾਏ। ਅਸੋ ਸੁਖੇ ਵਸੰਦੀਆਂ, ਜਿਨਾ ਮਇਆ ਹਰ ਰਾਏ।
ਕੇ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ 10 ਪਾਤਸ਼ਾਹੀਆਂ ਦੇ ਆਤਮਿਕ ਸਰੂਪ ਪਤ ਪਾਵਨ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਆਪ ਜੀ ਜੀਵਨ ਦੇ ਅਮੋਲਕ ਸਵਾਸਾਂ ਨੂੰ ਸੰਗਤ ਵਿੱਚ ਬੈਠ ਕੇ ਸਫਲਿਆਂ ਕਰ ਰਹੇ ਹੋ। ਚੌਜੀ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਆਪ ਨੂੰ ਦਰਸ਼ਨ ਦਿਦਾਰਿਆਂ ਦਾ ਇਸ ਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਚੌਜੀ ਪਾਤਸ਼ਾਹ ਜੀ ਨੇ ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ। ਇਹ ਰਸਮ ਮਹਾਰਾਜ ਜੀ ਨੇ ਅਦਾ ਕੀਤੀ ਅਤੇ ਸਤਿਗੁਰੂ ਜੀ ਆਪ ਇਸੇ ਹੀ ਪਾਵਨ ਅਸਥਾਨ ਤੇ ਹਜ਼ੂਰ ਜੋਤੀ ਜੋਤ ਸਮਾਏ। ਸਤਿਗੁਰੂ ਜੀ ਦਾ ਇਹ ਮਹਾਨ ਪਵਿੱਤਰ ਅਸਥਾਨ ਗਰੀਬ ਨਵਾਜ ਸਤਿਗੁਰੂ ਜੀ ਦੇ ਸਿੱਖ ਪਾਵਨਾਂ ਨਾਲ ਪਿਆਰ ਨਾਲ ਸਤਿਗੁਰੂ ਜੀ ਦੇ ਪਾਵਨ ਤਖਤ ਅਸਥਾਨ ਤੇ ਦਰਸ਼ਨ ਦੀਦਾਰ ਕਰਦੇ ਹੈ। ਸਤਿਗੁਰੂ ਜੀ ਦੀ ਬਾਣੀ ਦਾ ਉਪਦੇਸ਼ ਦਾ ਲਾਹਾ ਪ੍ਰਾਪਤ ਕਰਦੇ ਹੈ। ਰੋਜ਼ ਦੇ ਕਥਾ ਦੇ ਸੁਣਨ ਦੇ ਪ੍ਰੇਮੀ ਸਤਸੰਗੀ ਬੜੇ ਪਿਆਰ ਨਾਲ ਮਹਾਰਾਜ ਦੇ ਹਜ਼ੂਰ ਜੁੜ ਬੈਠੇ ਹਨ। ਆਓ ਸਤਿਗੁਰੂ ਦੇ ਲੜੀਵਾਰ ਪਾਵਨ ਉਪਦੇਸ਼ ਦੀ ਕਥਾ ਮਨ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਸੋਨ ਪ੍ਰੇਮ ਉਮਹੜਾ। ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸਤਿਗੁਰੂ ਜੀ ਮਹਾਰਾਜ ਸਾਧ ਸੰਗਤ ਜੀ ਭਾਦਰੋਂ ਦਾ ਮਹੀਨਾ ਹਜ਼ੂਰ ਸੰਪੂਰਨ ਕਰਕੇ ਮਹਾਰਾਜ ਜੀ ਹੁਣ ਅੱਸੂ ਦਾ ਮਹੀਨਾ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ। ਬਰਖਾ ਰੁੱਤ ਦੇ 2 ਮਾਹ ਸਾਵਣ ਤੇ ਭਾਦਰੋਂ ਇਹ ਸਮਾਪਤ ਹੋਏ ਹੈ। ਇਹ ਸਾਧ ਸੰਗਤ ਜੀ ਅੱਗੇ ਸਰਦ ਰੁੱਤ ਦਾ ਆਗਾਜ਼ ਹੁੰਦਾ ਹੈ। ਰੁੱਤ ਸਰਦ ਅਡੰਬੜੋ ਅੱਸੂ ਕੱਤਕੇ ਹਰ ਪਿਆਸ ਜੀਓ। ਜਿਹੜੀ ਸਰਦ ਰੁੱਤ ਹੈ ਸਤਿਗੁਰਾਂ ਜੀ ਨੇ ਰਾਮਕਲੀ ਰਾਗ ਦੇ ਅੰਦਰ ਜੋ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਰੁੱਤਾਂ ਦੇ ਸਰਲੇਖ ਥੱਲੇ ਹਜ਼ੂਰ ਨੇ ਬਾਣੀ ਉਚਾਰਨ ਕੀਤੀ ਹੈ। ਉੱਥੇ ਸਤਿਗੁਰਾਂ ਜੀ ਨੇ ਕਿਹਾ ਕਿ ਰੁੱਤ ਸਰਦ ਅਡੰਬਰੋ ਅੱਸੂ ਕੱਤਕੇ ਹਰ ਪਿਆਸ ਜੀਓ। ਇਹ ਜਿਹੜੇ ਸਾਧ ਸੰਗਤ ਜੀ ਅੱਸੂ ਤੇ ਕੱਤਕ 2 ਮਹੀਨੇ ਹੈ ਇਹ ਸਰਦ ਰੁੱਤ ਦੇ ਹੈ। ਸਰਦ ਰੁੱਤ ਦਾ ਆਗਾਜ਼ ਹੋ ਜਾਂਦਾ ਹੈ। ਇਸ ਤੋਂ ਅੱਗੇ ਫਿਰ ਹਿਮਕਰ ਰੁੱਤ ਹੈ ਜਦੋਂ ਬਹੁਤ ਪਾਲਾ ਪੈਂਦਾ ਹੈ, ਕੱਕਰ ਪੈਂਦਾ ਹੈ, ਬਰਫ਼ ਵੀ ਪੈਂਦੀ ਹੈ। ਹਿਮ ਨਾਮ ਬਰਫ਼ ਦਾ ਹੈ। ਫਿਰ ਸਾਧ ਸੰਗਤ ਜੀ ਜਿਹੜੀ 6ਵੀਂ ਹੈ ਨਾ ਉਹ ਸਿਸਰ ਰੁੱਤ ਹੈ। ਤੇ ਫਿਰ ਉਹ ਪਾਲਾ ਨਾ ਸਹਾਰਦੇ ਹੋਏ
ਸਾਰੇ ਜਿਹੜੇ ਰੁੱਖ ਹੈ ਉਹਨਾਂ ਦੇ ਪੱਤੇ ਝੜ ਜਾਂਦੇ ਹੈ। ਜਿਨ੍ਹਾਂ ਦੇਸ਼ਾਂ ਵਿੱਚ ਬਰਫ਼ ਜ਼ਿਆਦਾ ਪੈਂਦੀ ਹੈ, ਕਸ਼ਮੀਰ ਵੱਲ ਵੀ ਸ਼ਿਮਲੇ ਵੱਲ ਵੀ ਬਰਫ਼ ਪੈ ਜਾਂਦੀ ਹੈ, ਲੇਹ ਲਦਾਖ ਵੀ ਇੱਥੇ ਭਾਰਤ ਦੇ ਅੰਦਰ ਹੀ, ਉੱਥੇ ਸਾਧ ਸੰਗਤ ਜੀ ਜਦੋਂ ਬਰਫ਼ ਪੈਂਦੀ ਹੈ ਫਿਰ ਕੋਈ ਵੀ ਬ੍ਰਿਕਸ਼ ਹਰਿਆ ਨਹੀਂ ਰਹਿੰਦਾ ਹੈ, ਸਾਰੇ ਹੀ ਪੱਤੇ ਝੜ ਜਾਂਦੇ ਹੈ। ਕਿਉਂਕਿ ਉਸ ਤੋਂ ਅੱਗੇ ਫਿਰ ਸਮੇਂ ਦੀ ਉਹ ਜਿਹੜੀ ਸਾਧ ਸੰਗਤ ਜੀ ਇਹ ਚੱਕਰ ਹੈ, ਬਸੰਤ ਰੁੱਤ ਆਉਣੀ ਹੁੰਦੀ ਹੈ, ਜਿਹੜਾ ਆਪਾਂ ਸੁਣਿਆ ਹੈ ਚੇਤਰ ਤੇ ਵਿਸਾਖ ਬਸੰਤ ਰੁੱਤ। ਇਹ ਚਾਲ ਚੱਲ ਰਹੀ ਹੈ। 6 ਰੁੱਤਾਂ ਨੇ, 12 ਮਹੀਨੇ ਹਨ। ਸਤਿਗੁਰੂ ਜੀ ਹੁਣ ਸਰਦ ਰੁੱਤ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਧ ਸੰਗਤ ਜੀ ਪਹਿਲਾ ਮਹੀਨਾ ਮਹਾਰਾਜ ਅੱਸੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ। ਇਸ ਨੂੰ ਮਹਾਰਾਜ ਜੀ ਨੇ ਅਸੁਨ ਲਿਖਿਆ ਹੈ। ਸੱਚੇ ਪਾਤਸ਼ਾਹ ਜੀ ਨੇ ਬੋਲੀ ਵਿੱਚ ਆਪਾਂ ਅੱਸੂ ਬੋਲਦੇ ਹਾਂ। ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਹਜ਼ੂਰ ਨੇ ਇਸ ਮਹੀਨੇ ਨੂੰ ਅਸੁਨ ਸਤਿਗੁਰਾਂ ਜੀ ਨੇ ਉਚਾਰਨ ਕੀਤਾ ਹੈ। ਮਹਾਰਾਜ ਇਸ ਦੇ ਅੰਦਰ ਜਗਿਆਸੂ ਦੇ ਮਿਲਣ ਦੀ ਤੜਪ ਦਿਖਾਉਂਦੇ ਆ। ਸੱਚੇ ਪਾਤਸ਼ਾਹ ਸਾਧ ਸੰਗਤ ਜੀ ਰੁੱਤ ਬੜੀ ਸੁਖਾਵੀਂ ਹੋ ਜਾਂਦੀ, ਨਾ ਠੰਡ ਪੂਰੀ ਜ਼ੋਰ ਵਾਲੀ ਹੁੰਦੀ ਹੈ, ਨਾ ਗਰਮੀ ਜ਼ੋਰ ਵਾਲੀ ਰਹਿੰਦੀ ਹੈ, ਬੜਾ ਹੀ ਸੁਖਾਵਾਂ ਮੌਸਮ ਹੁੰਦਾ ਹੈ। ਇਹ ਸਰਦ ਰੁੱਤ ਹੈ। ਅੱਸੂ ਕੱਤਕ ਜਿਹੜਾ ਆਗਾਜ਼ ਹੁੰਦਾ ਹੈ ਨਾ, ਜਦੋਂ ਇਹਦੇ ਵਿੱਚ ਹੀ ਸਾਧ ਸੰਗਤ ਜੀ ਇਹ ਪੁਰਬ ਆਉਂਦੇ ਹੈ। ਦੀਵਾਲੀ ਦਾ ਪੁਰਬ ਆਉਂਦਾ ਹੈ, ਦੁਸਹਿਰੇ ਦਾ ਪੁਰਬ ਆਉਂਦਾ ਹੈ। ਧੰਨ ਗੁਰੂ 10ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੱਚਖੰਡ ਜਾਣ ਦਾ ਵੀ ਦਿਨ ਇਸੇ ਰੁੱਤ ਵਿੱਚ ਆਉਂਦਾ ਹੈ, ਜਦੋਂ ਹਜ਼ੂਰ ਨੇ ਗੁਰਿਆਈ ਤਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਆ ਹੈ। ਤੋ ਉਹ ਕੱਤਕ ਸੁਦੀ ਦੂਜ ਜਿਹੜਾ ਮਹਾਨ ਪੁਰਬ ਇਸ ਅਸਥਾਨ ਤੇ ਹਰੇਕ ਸਾਲ ਬਹੁਤ ਧੂਮ-ਧਾਮ ਨਾਲ ਬੜੀ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਤੇ ਕੱਤਕ ਸੁਦੀ ਪੰਚਮੀ ਸੀ, ਜਿਸ ਦਿਨ ਬਾਜਾਂ ਵਾਲੇ ਸਤਿਗੁਰਾਂ ਜੀ ਨੇ ਆਪਣੇ ਉਸ ਸਰਗੁਣ ਸਰੂਪ ਨੂੰ ਸਤਿਗੁਰਾਂ ਜੀ ਨੇ ਅਲੋਪ ਕੀਤਾ ਸੀ। ਇਸੇ ਹੀ ਸਰਦ ਰੁੱਤ ਵਿੱਚ ਇਹ ਪੁਰਬ ਆਉਂਦੇ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਪ੍ਰੇਮ ਦੀ ਬੇਬਲਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਦਿਖਾਉਂਦੇ ਹੈ। ਜਦੋਂ ਜਗਿਆਸੂ ਦਾ ਚਿੱਤ ਯਾਦ ਵਿੱਚ ਜੁੜਿਆ ਹੋਇਆ ਪ੍ਰੇਮ ਇੰਨਾ ਕੁ ਉਮਗ ਆਉਂਦਾ ਹੈ, ਇੰਨਾ ਕੁ ਉਛਲ ਆਉਂਦਾ ਹੈ ਕਿ ਕਿਸੇ ਪ੍ਰਕਾਰ ਦਾ ਹੋਰ ਭਾਵ ਨਹੀਂ ਰਹਿੰਦਾ। ਬਸ ਮਹਾਰਾਜ ਜੀ ਦੇ ਮਿਲਾਪ ਵਾਸਤੇ ਚਿੱਤ ਤੜਫ ਉੱਠਦਾ ਹੈ। ਸਤਿਗੁਰੂ ਜੀ ਉਹ ਪਿਆਰ ਦੀ ਅਵਸਥਾ ਗਰੀਬ ਨਿਵਾਸ ਸਤਿਗੁਰੂ ਜੀ ਦਿਖਾਉਂਦੇ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਅਸੁਨ ਪ੍ਰੇਮ ਉਮਹੜਾ। ਅੱਸੂ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ ਕਿ ਭਾਈ ਪ੍ਰੇਮ ਦਾ ਉਮਾਹੜਾ, ਜਿਹੜਾ ਪ੍ਰੇਮ ਹੈ ਨਾ ਸਾਧ ਸੰਗਤ ਜੀ ਆਪਣੇ ਆਪ ਵਿੱਚ ਸਾਰਿਆਂ ਹੀ ਸਾਧਨਾਂ ਦਾ ਰਾਜਾ ਹੈ, ਸਾਰਿਆਂ ਤੋਂ ਹੀ ਸ੍ਰੇਸ਼ਟ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਵਾਹਿਗੁਰੂ ਪ੍ਰੇਮ ਦੇ ਵਸੀਕਾਰ ਹੈ। ਪ੍ਰੇਮ ਵਿੱਚ ਆਇਆ ਹੋਇਆ, ਜਿਵੇਂ ਪਿਤਾ ਆਪਣੇ ਪੁੱਤਰ ਨੂੰ ਆਪਣੀ ਛਾਤੀ ਤੇ ਪਾ ਕੇ ਕਹਿੰਦਾ ਨਾ, ਪੁੱਤਰਾ ਵੇਖ ਲੈ ਤੂੰ ਮੈਨੂੰ ਢਾਹ ਲਿਆ। ਵਾਹਿਗੁਰੂ ਇਸੇ ਤਰ੍ਹਾਂ ਹੀ ਪਿਆਰ ਨਾਲ ਸਾਧ ਸੰਗਤ ਜੀ ਆਪਣੇ ਪਿਆਰੇ ਨੂੰ, ਆਪਣੇ ਭਗਤ ਨੂੰ, ਆਪਣੇ ਗੁਰਸਿੱਖ ਨੂੰ ਆਪਣੇ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਲਾ ਕਰਕੇ ਕਹਿੰਦੇ ਨੇ, ਵੇਖ ਲੈ ਸਿੱਖਾ ਤੂੰ ਜਿੱਤ ਗਿਆ ਹੈ, ਅਸੀਂ ਹਾਰ ਗਏ ਹਾਂ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਿਰਦ ਹੈ। ਸਤਿਗੁਰੂ ਦਾ ਨਿਰੰਕਾਰ ਆਪਣੇ ਭਗਤ ਦੇ ਪਿਆਰ ਵਿੱਚ ਆਏ ਹੋਏ ਭਗਤ ਦਾ ਬਚਨ ਵੱਡਾ ਕਰ ਦਿੰਦੇ ਹੈ, ਆਪ ਦਾ ਬਚਨ ਫੇਰ ਲੈਂਦੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਪ੍ਰੇਮ ਦਾ ਉਛਾਲਾ ਆਉਂਦਾ ਨਾ, ਜਦੋਂ ਪ੍ਰੇਮ ਦਾ ਉਛਾਲਾ ਆਉਂਦਾ ਸਾਧ ਸੰਗਤ ਜੀ, ਇਹ ਪ੍ਰੇਮ ਦਾ ਉਛਾਲਾ ਜਿਹੜਾ ਨਾ, ਇਹ ਜਿਹਨੂੰ ਹਿਰਦੇ ਦੇ ਅੰਦਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ,
ਉਹਨਾਂ ਨੇ ਇਸ ਨੂੰ ਛੁਪਾਇਆ ਹੁੰਦਾ ਹੈ, ਗੁਪਤ ਰੱਖਿਆ ਹੁੰਦਾ ਹੈ। ਪਰ ਜਦੋਂ ਉਛਾਲਾ ਆਉਂਦਾ ਹੈ ਫਿਰ ਬਾਹਰੋਂ ਦੇਖਣ ਵਾਲੇ ਨੂੰ ਅੱਖੀਆਂ 'ਚੋਂ ਵਗਦਾ ਹੋਇਆ ਨੀਰ ਦਿਸਣ ਲੱਗ ਪੈਂਦਾ ਹੈ, ਸਰ ਸਬਜ਼ ਹੋਇਆ ਚਿਹਰਾ ਦਿਸਣ ਲੱਗ ਪੈਂਦਾ ਹੈ। ਸੱਚੇ ਪਾਤਸ਼ਾਹ ਦੇ ਪਿਆਰ ਰਸ ਵਿੱਚ ਮਸਤਕ ਤੇ ਸਾਧ ਸੰਗਤ ਜੀ ਇੱਕ ਅਲੌਕਿਕ ਜਿਹਾ ਨੂਰ ਹੁੰਦਾ ਹੈ। ਯਾਦ ਵਿੱਚ ਵੀ ਇੱਕ ਅਕਹਿ ਜਿਹਾ ਹੀ ਰਸ ਹੁੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਦੋਂ ਇਹ ਪ੍ਰੇਮ ਦਾ ਉਮਾਹੜਾ ਆਉਂਦਾ ਹੈ ਨਾ, ਉਛਾਲਾ ਆਉਂਦਾ ਹੈ, ਉਦੋਂ ਮਹਾਰਾਜ ਕਹਿੰਦੇ ਭਾਈ ਨੇਤਰਾਂ ਵਿੱਚੋਂ ਬਰਾਗ ਦੀ ਝੜੀ ਲੱਗ ਜਾਂਦੀ ਹੈ। ਹਉ ਰਹਿ ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੈ ਜੀਓ। ਮਹਾਰਾਜ ਦਰਸ਼ਨਾਂ ਤੋਂ ਬਿਨਾਂ ਮੇਰੇ ਕੋਲੋਂ ਨਹੀਂ ਰਿਹਾ ਜਾਂਦਾ। ਇਹੋ ਜੀ ਨੀਰ ਦੀ ਝੜੀ ਲੱਗ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਪ੍ਰੇਮ ਦਾ ਉਛਾਲਾ ਆਉਂਦਾ ਹੈ ਗੁਰਸਿੱਖੋ। ਇਹ ਅੱਸੂ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਪ੍ਰੇਮ ਦਾ ਸਤਿਗੁਰਾਂ ਜੀ ਨੇ ਇਹ ਸਿਖਰ ਦਿਖਾਇਆ। ਮਹਾਰਾਜ ਉਹਨਾਂ ਦੀ ਉਹ ਪ੍ਰੇਮ ਦੀ ਪ੍ਰੀਤ ਦੱਸਦੇ ਆ, ਅਵਸਥਾ ਦੱਸਦੇ ਹਨ। ਕਿਉ ਮਿਲਿਆ ਹਰ ਜਾਏ, ਮਹਾਰਾਜ ਕਿਵੇਂ ਆਪ ਜੀ ਨੂੰ ਜਾ ਕਰਕੇ ਮਿਲ ਸਕੀਏ, ਭਾਵੇਂ ਕਿ ਉਹ ਜਾਏ ਸਭ ਜਗ੍ਹਾ ਤੇ ਹੀ ਵਿਆਪਕ ਵੈ, ਪਰ ਆ ਸਾਖਿਆਤ ਹੋ ਰਿਹਾ ਨਾ, ਮਹਾਰਾਜ ਪ੍ਰਾਪਤ ਨਹੀਂ ਹੋ ਰਹੇ। ਤੇ ਫਿਰ ਪਿਆਰ ਵਿੱਚ ਆ ਕਰਕੇ ਕਹਿੰਦੇ ਆ ਖੰਭ ਵਿਕਾਂਦੜੇ ਜੇ ਲਾਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਾਹਾਂ ਸੋ ਸੱਜਣ ਢੋਲ। ਮਹਾਰਾਜ ਕਿਤੇ ਖੰਭ ਵੇਖਦੇ ਹੋਏ ਮੈਨੂੰ ਮਿਲ ਜਾਣ ਤੇ ਮਹਾਰਾਜ ਮੈਂ ਉਹ ਖੰਭ ਖਰੀਦ ਲਵਾਂ। ਕਿਵੇਂ ਖਰੀਦਾਂ? ਕਿੰਨਾ ਸਾਵੀ ਤੋਲ, ਆਪਣੇ ਬਰਾਬਰ ਹੀ ਤੋਲ ਕੇ ਮਹਾਰਾਜ ਮੈਂ ਆਪਣੇ ਆਪ ਨੂੰ ਹੀ ਵੇਚ ਦਿਆਂ ਕਿ ਮਹਾਰਾਜ ਮੈਨੂੰ ਖਰੀਦ ਲਓ, ਮੈਨੂੰ ਉਹ ਖੰਭ ਦੇ ਦਿਓ ਜਿਸ ਦੇ ਨਾਲ ਮੈਂ ਆਪਣੇ ਪ੍ਰੀਤਮ ਦੇ ਦੇਸ਼ ਵਿੱਚ ਪਹੁੰਚ ਜਾਵਾਂ। ਆਪਣੇ ਤਨ ਨਾਲ ਜੜਾ ਕਰਕੇ ਮਹਾਰਾਜ ਤੁਹਾਨੂੰ ਟੋਲ ਲਵਾਂ, ਤੁਹਾਨੂੰ ਲੱਭ ਲਵਾਂ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੱਸਿਆ ਕਿ ਜਦੋਂ ਇਹੋ ਜਿਹਾ ਪ੍ਰੇਮ ਹੁੰਦਾ ਨਾ, ਫਿਰ ਸਾਧ ਸੰਗਤ ਜੀ ਜਿਹੜੇ ਸੂਖਸ਼ਮ ਸਰੀਰ ਨੂੰ ਵਾਹਿਗੁਰੂ ਦੇ ਨਾਮ ਰੂਪੀ ਖੰਭ ਲਾ ਲੈਂਦੇ ਆ ਰੱਬ ਦੇ ਪਿਆਰੇ, ਤੇ ਖਰੀਦਦੇ ਕਿਵੇਂ ਆ? ਆਪਣਾ ਆਪ ਹੀ ਵੇਚ ਦਿੰਦੇ ਮਹਾਰਾਜ ਦੇ ਅੱਗੇ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਮਹਾਰਾਜ ਦੇ ਅੱਗੇ ਆਪਣਾ ਆਪ ਵੇਚ ਦਿੰਦੇ ਐ, ਖੁਸ਼ੀ ਖੁਸ਼ੀ ਮਹਾਰਾਜ ਦੇ ਦਰ ਤੇ ਵਿਕ ਜਾਂਦੇ ਐ। ਇਹੋ ਜਿਹਾ ਸਾਧ ਸੰਗਤ ਜੀ ਉਹ ਆਨੰਦ ਤੇ ਰਸ ਹੁੰਦਾ ਹੈ, ਆਪਣੇ ਪਿਆਰੇ ਦੀ ਪ੍ਰੀਤ ਵਿੱਚ ਵਿਕ ਜਾਣਾ। ਤੇ ਉਸ ਪ੍ਰੀਤ ਦੇ ਸਿਖਰ ਤੇ ਪਹੁੰਚਣ ਲਈ ਇਹੋ ਜਿਹੇ ਨਾਮ ਰੂਪੀ ਖੰਭ ਲਾ ਕਰਕੇ ਤੇ ਫਿਰ ਸਾਧ ਸੰਗਤ ਜੀ ਪ੍ਰੀਤਮ ਦੇ ਦੇਸ਼ ਉਹ ਪਹੁੰਚ ਜਾਂਦੇ ਐ। ਭਾਈ ਸਾਹਿਬ ਜੀ ਨੇ ਕਿਹਾ ਹੈ ਕਿ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਨਾਲ ਨਹੀਂ, ਇਹ ਪ੍ਰੇਮ ਦਾ ਸਾਧ ਸੰਗਤ ਜੀ ਸਿਖਰ ਵਾ। ਜਦੋਂ ਇਹ ਪ੍ਰੇਮ ਦਾ ਸਿਖਰ ਪ੍ਰਾਪਤ ਹੁੰਦਾ ਨਾ ਤੇ ਫਿਰ ਇਹੋ ਜੀ ਅਵਸਥਾ ਆ ਜਾਂਦੀ ਹੈ ਕਿ ਉਦੋਂ ਸਭ ਕੁਝ ਹੀ ਲਟਾਉਣ ਨੂੰ ਜੀ ਕਰਦਾ ਹੈ, ਖੁਸ਼ੀ ਖੁਸ਼ੀ। ਹੁਣ ਤਾਂ ਭੋਰਾਕ ਨੁਕਸਾਨ ਹੋਵੇ ਤੇ ਕਹਿੰਦੇ ਹਾਏ ਮੇਰਾ ਹੀ ਕਿਉਂ ਨੁਕਸਾਨ ਹੁੰਦਾ ਹੈ। ਪ੍ਰੀਤ ਦੀ ਅਵਸਥਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਭ ਕੁਝ ਹੀ ਲੁਟਾ ਕੇ ਆਖਿਆ ਸੀ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਇਹ ਪਿਆਰ ਦਾ ਸਿਖਰ ਸੱਚੇ ਪਾਤਸ਼ਾਹ ਜੀ ਮਹਾਰਾਜ ਦਰਸਾਇਆ। ਫਿਰ ਮਹਾਰਾਜ ਸਭ ਕੁਝ ਆਪਣਾ ਆਪ ਲੁਟਾ ਕੇ ਸ਼ਹਿਨਸ਼ਾਹ ਪਾਤਸ਼ਾਹ ਹੁੰਦਿਆਂ ਹੋਇਆਂ ਹਜੂਰ ਨੇ ਸਾਡੇ ਵੱਲ ਖਾਲਸੇ ਵੱਲ ਹੱਥ ਕਰਕੇ ਕਿਹਾ ਸੀ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਹ ਸੇ ਗਰੀਬ ਕਰੋੜ ਪਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਇੰਨਾ ਵਡਿਆਇਆ, ਕਹਿੰਦੇ ਇਨਹੀ ਕੀ ਕਿਰਪਾ ਸੋ ਵਿਦਿਆ ਲਈ, ਇਨਹੀ ਕੀ ਕਿਰਪਾ ਫੁਨ ਧਾਮ ਭਰੇ, ਇਨਹੀ ਕੀ ਕਿਰਪਾ ਸਭ ਛਤਰ ਮਰੇ। ਕਈ ਸਤਿਗੁਰਾਂ ਜੀ ਨੇ ਏਡੇ ਸਤਿਗੁਰਾਂ ਲਕਬ ਦਿੱਤੇ, ਏਡੀ ਵਡਿਆਈ ਦਿੱਤੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪ੍ਰੇਮ ਦਿਖਾਇਆ ਕਿ ਪ੍ਰੇਮ ਭਾਈ ਇਹੋ ਜਿਹਾ ਹੁੰਦਾ ਜਿੱਥੇ ਆਪਣੀ ਖੁਸ਼ੀ ਨਾਲ ਦਿਲ ਕਰਦਾ ਸਭ ਕੁਝ ਲੁਟਾ ਦੇਣ ਨੂੰ,
ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਇਹ ਜਗਿਆਸਾ ਜਾਗ ਪੈਂਦੀ ਹੈ, ਕਿਉਂ ਮਿਲੀਐ ਹਰ ਜਾਏ। ਮਹਾਰਾਜ ਕਿਉਂ ਕਿਵੇਂ ਆਪ ਜੀ ਨੂੰ ਅਸੀਂ ਜਾਗ ਕਰਕੇ ਮਿਲ ਪਈਏ। ਉਹ ਕਿਹੜਾ ਦੇਸ਼ ਹੈ, ਉਹ ਕਿਹੜਾ ਥਾਂ ਹੈ ਸੱਚੇ ਪਾਤਸ਼ਾਹ ਮਹਾਰਾਜ ਜਿੱਥੇ ਅਸੀਂ ਪਹੁੰਚ ਜਾਈਏ। ਹੈ ਤਾਂ ਉਹ ਸਾਰੀਆਂ ਹੀ ਜਾਏ ਜਗ੍ਹਾ ਤੇ ਵਿਆਪਕ, ਪਰ ਜਦੋਂ ਹਿਰਦੇ ਰੂਪੀ ਥਾਂ ਵਿੱਚ ਆ ਸਖਿਆਤ ਹੈ, ਸਾਖਿਆਤ ਕਰਨ ਲਈ ਪਰਮੇਸ਼ਰ ਨੂੰ ਮਿਲਣ ਲਈ ਤੜਪ ਪੈਂਦਾ ਹੈ ਹਿਰਦਾ। ਇਹੋ ਜੀ ਤੜਪ ਮਨ ਦੇ ਅੰਦਰ ਉੱਠਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਹੁਣ ਤਾਂ ਜੀਆ ਨਹੀਂ ਜਾਂਦਾ। ਮਹਾਰਾਜ ਸਾਥੋਂ ਹੁਣ ਜਿਹੜਾ ਹੈ ਨਾ ਇਹ ਸਰੀਰ ਰੱਖਣਾ ਵੀ ਸਾਨੂੰ ਚੰਗਾ ਨਹੀਂ ਲੱਗਦਾ। ਇਹੋ ਜਿਹਾ ਸਾਧ ਸੰਗਤ ਜੀ ਪਿਆਰ ਦਾ ਉਛਾਲਾ ਸਤਿਗੁਰੂ ਜੀ ਕਹਿੰਦੇ ਭਾਈ ਆਉਂਦਾ ਹੈ। ਇਸੇ ਪ੍ਰਕਾਰ ਹੀ ਅਸੁਨ ਪ੍ਰੇਮ ਉਮਹੜਾ। ਅਸੁਨ ਸਾਧ ਸੰਗਤ ਜੀ ਆ ਜਦੋਂ ਸਰਬ ਪ੍ਰਕਾਰ ਸੇ ਸੁਨ ਕੀ ਹੈ, ਨਾਮ ਸੁਣਨ ਲੱਗ ਪਵੇ। ਇਹ ਪ੍ਰੇਮ ਦੀ ਅਵਸਥਾ ਹੈ। ਜਦੋਂ ਪ੍ਰੀਤ ਹੋਵੇ ਨਾ ਤੇ ਫਿਰ ਸਾਧ ਸੰਗਤ ਜੀ ਇਹ ਜਿਹੜੀ ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਉਹ ਪ੍ਰੀਤ ਦੀ ਅਵਸਥਾ ਹੈ। ਬਾਣੀਆਂ ਸਵੇਰੇ ਤੁਰਿਆ ਜਾ ਰਿਹਾ ਹੈ, ਕਹਿੰਦੇ ਕਬੂਤਰ ਕੀ ਬੋਲਦਾ ਹੈ, ਉਹ ਕਹਿੰਦਾ ਲੂਣ ਤੇਲ ਅਦਰਕ। ਉਹ ਵੇਚਣ ਜੋ ਚੱਲਿਆ ਸੀ, ਲੂਣ ਤੇਲ ਅਦਰਕ ਵੇਚਣ ਚੱਲਿਆ। ਕਹਿੰਦੇ ਤਿੱਤਰ ਕੀ ਬੋਲਦਾ, ਕਹਿੰਦਾ ਲੂਣ ਤੇਲ ਅਦਰਕ। ਪਹਿਲਵਾਨ ਕਸਰਤ ਕਰ ਰਿਹਾ ਸੀ, ਉਹਨੂੰ ਪੁੱਛਿਆ ਕਿ ਕੀ ਬੋਲਦਾ, ਕਹਿੰਦਾ ਖਾ ਘਿਓ ਕਰ ਕਸਰਤ। ਉਹਨੂੰ ਪਹਿਲਵਾਨ ਦੀ ਪ੍ਰੀਤ ਘੁਲਣ ਚ ਹੈ, ਘਿਓ ਖਾਣ ਚ ਹੈ, ਕਸਰਤ ਕਰਨ ਚ ਹੈ। ਉਹਨੂੰ ਤਿੱਤਰ ਦੀ ਆਵਾਜ਼ ਇਹ ਸੁਣ ਰਹੀ ਹੈ। ਹੁਣ ਸਾਧ ਸੰਗਤ ਜੀ ਆਵਾਜ਼ ਦੀ ਧੁਨ ਤਾਂ ਉਹ ਜਿਹੜੀ ਵੱਖਰੀ ਵੱਖਰੀ ਤਾਂ ਪ੍ਰਗਟ ਨਹੀਂ ਹੋ ਰਹੀ, ਉਹ ਤਾਂ ਇੱਕੋ ਹੀ ਪ੍ਰਗਟ ਹੋ ਰਹੀ ਹੈ। ਪਰ ਬਾਣੀਆਂ ਕਹਿ ਰਿਹਾ ਹੈ ਕਿ ਲੂਣ ਤੇਲ ਅਦਰਕ ਕਹਿੰਦਾ ਹੈ, ਪਹਿਲਵਾਨ ਕਹਿੰਦਾ ਖਾ ਘਿਓ ਕਰ ਕਸਰਤ ਕਹਿੰਦਾ ਹੈ। ਤੇ ਕਿਸੇ ਰੱਬ ਦੇ ਪਿਆਰੇ ਨੂੰ ਜਿਹੜਾ ਜੁੜਿਆ ਹੋਇਆ ਹੈ ਪ੍ਰੇਮੀ, ਕਹਿੰਦੇ ਇਹ ਤਿੱਤਰ ਕੀ ਬੋਲਦਾ ਮਹਾਰਾਜ, ਕਹਿੰਦਾ ਤਿੱਤਰ ਕਹਿੰਦਾ ਸੁਭਾਨ ਤੇਰੀ ਕੁਦਰਤ, ਸੁਭਾਨ ਤੇਰੀ ਕੁਦਰਤ, ਇਹ ਬੋਲਦਾ ਹੈ। ਭਗਤ ਨੂੰ ਉਹਦੇ ਵਿੱਚੋਂ ਵੀ ਨਾਮ ਸੁਣ ਰਿਹਾ ਹੈ। ਇਹ ਸਾਧ ਸੰਗਤ ਜੀ ਆਪਣੀ ਪ੍ਰੀਤ ਦਾ ਜਿਹੜਾ ਹੈ ਨਾ ਉਹ ਅੰਦਰ ਦੇ ਅਵਸਥਾ ਹੈ ਟਿਕਣ ਦੀ। ਜਦੋਂ ਟਿਕ ਜਾਂਦੀ ਹੈ ਨਾ, ਉਹਨਾਂ ਨੂੰ ਬਾਹਰੋਂ ਵੱਜਦੇ ਹੋਏ ਲਾਊਡ ਸਪੀਕਰ ਵਿੱਚ ਵੀ ਮਹਾਰਾਜ ਜੀ ਦਾ ਨਾਮ ਹੀ ਸੁਣਦਾ ਹੈ। ਫਿਰ ਇਹ ਪ੍ਰੀਤ ਦੀ ਅਵਸਥਾ ਹੈ। ਜਿਹਨੂੰ ਪਿਆਰੇ ਦਾ ਪਿਆਰ ਹੋਵੇ ਨਾ, ਜਿਵੇਂ ਪਤੀ ਵਰਤਾ ਇਸਤਰੀ, ਪਤੀ ਵਿਦੇਸ਼ ਵਿੱਚ ਗਿਆ ਹੋਵੇ ਤੇ ਉਹਦੇ ਆਉਣ ਦਾ ਸਾਧ ਸੰਗਤ ਜੀ ਉਹਨੂੰ ਉਡੀਕ ਹੋਵੇ, ਤੇ ਜਦੋਂ ਉਹਦਾ ਦਰਵਾਜ਼ਾ ਖੜਕਦਾ ਹੈ ਜਾਂ ਕੋਈ ਪੈਰਾਂ ਦੀ ਆਹਟ ਆਉਂਦੀ ਹੈ, ਉਹਨੂੰ ਇਉਂ ਪ੍ਰਤੀਤ ਹੁੰਦਾ ਮੇਰਾ ਪਤੀ ਆ ਗਿਆ, ਕਿਉਂਕਿ ਉਹਦੀ ਪ੍ਰੀਤ ਆਪਣੇ ਪਤੀ ਵਿੱਚ ਲੱਗੀ ਹੋਈ ਹੈ। ਜਿਹੜੇ ਮਨ ਦਾ ਇਹ ਭਾਵ ਹੈ ਨਾ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਆ ਸਰਬ ਪ੍ਰਕਾਰ ਸੇ ਵਿਸ਼ੇਸ਼ ਕਰਕੇ ਉਹਨਾਂ ਨੂੰ ਸਭ ਕੁਝ ਹੀ ਨਾਮ ਸੁਣਨ ਲੱਗ ਪੈਂਦਾ ਹੈ। ਜਿਵੇਂ ਮਹਾਰਾਜ ਜੀ ਨੇ ਕਿਹਾ ਹੈ ਕਿ ਚਾਤਰਕ ਮੋਰ ਬੋਲਤ ਦਿਨ ਰਾਤੀ, ਸੁਨ ਕਨ ਹਰ ਕੀ ਘੋਰ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਫਿਰ ਉਹਨਾਂ ਨੂੰ ਇਹੋ ਜੀ ਅਵਸਥਾ ਬਣ ਜਾਂਦੀ ਹੈ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਹਰ ਪ੍ਰਕਾਰ ਸੇ ਉਹਨਾਂ ਨੂੰ ਨਾਮ ਹੀ ਸੁਣਨ ਲੱਗ ਪੈਂਦਾ ਹੈ। ਇਹੋ ਜੀ ਅਵਸਥਾ ਬਣਦੀ ਹੈ। ਜਿਵੇਂ ਕਹਿੰਦੇ ਆ ਕਿ ਸ਼ਿਵ ਜੀ ਨੇ ਜਦੋਂ ਡੌਰੂ ਵਜਾਇਆ ਨਾ, ਉਹਦੀ ਧੁਨ ਤਾਂ ਹੁਣ ਡੌਰੂ ਦੀ ਸੀਗੀ, ਤੇ ਜਿਹੜੇ ਆ ਜੋੜੀ ਦੀਆਂ ਗਤਾਂ ਕੱਢੀਆਂ ਤਬਲੇ ਦੀਆਂ, ਕਹਿੰਦੇ ਉਹਨਾਂ ਨੇ ਉੱਥੋਂ ਆਪਣੀਆਂ ਗਤਾਂ ਕੱਢ ਲਈਆਂ। ਵਿਆਕਰਨ ਵਾਲਿਆਂ ਨੇ ਕਹਿੰਦੇ ਉੱਥੋਂ ਵਿਆਕਰਨ ਦੇ ਨਿਯਮ ਉਸ ਧੁਨ ਵਿੱਚੋਂ ਕੱਢ ਲਏ। ਧੁਨ ਤਾਂ ਇੱਕੋ ਸੀ, ਆਪੋ ਆਪਣੀ ਜਿਹੜੀ ਸੀ ਨਾ ਬਿਰਤੀ ਅਨੁਸਾਰ ਉਹਨਾਂ ਨੇ ਗ੍ਰਹਿਣ ਕਰ ਲਈ ਉਹ ਆਵਾਜ਼। ਅਸਲ ਵਿੱਚ ਜੋ ਕੁਝ ਆਵਾਜ਼ ਹੋ ਰਹੀ ਹੈ, ਜੋ ਕੁਝ ਨਾਦ ਪੂਰਿਆ ਜਾ ਰਿਹਾ ਹੈ, ਇਹ ਸਾਧ ਸੰਗਤ ਜੀ ਪ੍ਰੇਮ ਦੀ ਅਵਸਥਾ ਵਿੱਚ ਭਗਤ ਨੂੰ ਇਹ ਸੁਣਨ ਲੱਗ ਪੈਂਦਾ ਹੈ। ਹੁਣ ਚੱਲਦਾ ਪੱਖਾ ਸਾਨੂੰ ਹਵਾ ਵਾਂਗੂ ਪ੍ਰਤੀਤ ਹੁੰਦਾ, ਆਵਾਜ਼ ਆਉਂਦੀ ਹੈ ਭਾਵੇਂ, ਪਰ ਸਾਧ ਸੰਗਤ ਜੀ ਜੁੜੀ ਹੋਈ ਆਤਮਾ ਨੂੰ ਇਹਦੇ ਵਿੱਚੋਂ ਵੀ ਬਹੁਤ ਤੇਜ਼
ਜਿਹੜਾ ਹੈ ਉਹ ਨਾਮ ਦਾ ਹੀ ਸੁਰ ਸੁਣਨ ਲੱਗ ਪੈਂਦਾ ਹੈ। ਇਹੋ ਜੀ ਉਹਨਾਂ ਦੇ ਅੰਦਰ ਸੁਰ ਜਿਹੜੀ ਹੈ ਨਾ ਉਹ ਪ੍ਰਗਟ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਇਉਂ ਸਾਰੇ ਪਾਸਿਆਂ ਤੋਂ ਉਹਨਾਂ ਨੂੰ ਆ ਵਿਸ਼ੇਸ਼ ਕਰਕੇ ਆ ਸੁਣ ਨਾਮ ਸੁਣਨ ਲੱਗ ਪੈਂਦਾ ਹੈ ਨਾ, ਮਹਾਰਾਜ ਕਹਿੰਦੇ ਉਦੋਂ ਪ੍ਰੇਮ ਦਾ ਭਾਈ ਉਹ ਮਾੜਾ ਆ ਜਾਂਦਾ। ਫਿਰ ਪ੍ਰੇਮ ਉਛਲ ਕੇ ਬਾਹਰ ਨੂੰ ਆ ਜਾਂਦਾ। ਫਿਰ ਇਹੋ ਜਿਹਾ ਪਿਆਰ ਉਛਾਲਾ ਮਾਰਦਾ ਹੈ ਕਿ ਫਿਰ ਸਾਧ ਸੰਗਤ ਜੀ ਚਾਹੁੰਦੇ ਹੁੰਦੇ ਆ ਪਹਿਲੋਂ ਜਿਹੜੇ ਭਗਤ ਹੈ ਨਾ ਉਹ ਲੁਕਾਉਂਦੇ ਆ ਆਪਣਾ ਆਪ, ਬੜਾ ਲੁਕਾਉਂਦੇ ਆ ਕਿ ਸਾਡਾ ਪਤਾ ਨਾ ਲੱਗੇ। ਪਰ ਜਦੋਂ ਇਹ ਪ੍ਰੀਤ ਦੀ ਅਵਸਥਾ ਆਉਂਦੀ ਹੈ ਨਾ ਸਾਧ ਸੰਗਤ ਜੀ, ਫਿਰ ਤਾਂ ਨਹੀਂ ਲੁਕਾਇਆ ਜਾਂਦਾ। ਫਿਰ ਤਾਂ ਉਛਲਿਆ ਹੋਇਆ ਪ੍ਰੇਮ ਨੇਤਰਾਂ ਦੇ ਰਾਹੀਂ ਨੀਰ ਬਣ ਕੇ ਬਾਹਰ ਨੂੰ ਡੁੱਲ ਪੈਂਦਾ ਹੈ। ਫਿਰ ਛੁਪਾਇਆ ਨਹੀਂ ਜਾਂਦਾ, ਲੁਕਾਇਆ ਨਹੀਂ ਜਾਂਦਾ। ਇਹ ਅਵਸਥਾ ਆਪਣੇ ਜ਼ੋਰ ਨਾਲ ਲਿਆਈ ਨਹੀਂ ਜਾਂਦੀ। ਇਹ ਤਾਂ ਬਸ ਮਹਾਰਾਜ ਜਦੋਂ ਤਰਸ ਕਰਦੇ ਆ ਇਹੋ ਜੀ ਪ੍ਰੇਮ ਦੀ ਅਵਸਥਾ ਆਉਂਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਇਸੇ ਪ੍ਰਕਾਰ ਹੀ ਸੋਨਾ ਪ੍ਰੇਮ ਉਮਾੜਾ। ਸਾਧ ਸੰਗਤ ਜੀ ਜਦੋਂ ਪ੍ਰੇਮ ਦਾ ਉਛਾਲਾ ਆਉਂਦਾ ਹੈ ਨਾ ਆ ਵਿਸ਼ੇਸ਼ ਕਰਕੇ ਉਦੋਂ ਸੁੰਨ ਹੋ ਜਾਂਦਾ ਹੈ ਸਰੀਰ। ਫਿਰ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਲਾਹੌਰੋਂ ਸਤਿਗੁਰਾਂ ਜੀ ਨੇ ਉਹ ਪੱਤਰਕਾਵਾਂ ਲਿਖੀਆਂ ਨਾ, ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਕੈਸੀ ਸਾਧ ਸੰਗਤ ਜੀ ਪਿਆਰ ਦੀ ਬੇਬਲਤਾ ਹੈ। ਬਿਲਪ ਕਰੇ ਚਾਤਰਕ ਕੀ ਨਿਆਈ। ਚਾਤਰਕ ਬਬੀਹਾ ਜਿਵੇਂ ਬਿਲਪ ਬਰੇਲਾਪ ਕਰਦਾ ਹੈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ। ਮਹਾਰਾਜ ਸਾਡੀ ਤਾਂ ਤੇ ਨਹੀਂ ਉਤਰਦੀ। ਮਹਾਰਾਜ ਨੂੰ ਪਿਆਸ ਕਾਹਦੀ ਲੱਗੀ ਹੈ? ਹਜੂਰ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ। ਫਿਰ ਸੱਚੇ ਪਾਤਸ਼ਾਹ ਨੇ ਇਥੋਂ ਤੱਕ ਪਿਆਰ ਦੀ ਬੇਬਲਤਾ ਕਹੀ ਹੈ ਕਿ ਮਹਾਰਾਜ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲਿਆ ਪ੍ਰੇਤੁਤ ਭਗਵੰਤਾ, ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ। ਬਿਨ ਦੇਖੇ ਗੁਰ ਦਰਬਾਰੇ ਜੀਓ, ਹਉ ਕੋਲੀ ਜਿਉ ਕੋਲ ਘੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਮਹਾਰਾਜ ਸਾਨੂੰ ਤਾਂ ਰਾਤ ਨਹੀਂ ਹੁਣ ਵਿਹਾਉਂਦੀ, ਬਤੀਤ ਨਹੀਂ ਹੁੰਦੀ। ਜੇ ਕਹੇ ਕਿ ਮੇਰਾ ਪ੍ਰੇਮ ਬੜਾ ਹੈ, ਸਾਧ ਸੰਗਤ ਜੀ ਸੇਜਾਂ ਤੇ ਸੌਂ ਕੇ ਏਸੀ ਛੱਡ ਕੇ ਤੇ ਮਜੇ ਨਾਲ ਸੂਰਜ ਚੜੇ ਉੱਠਣਾ ਕਿ ਸਾਡਾ ਕਿਹੜਾ ਪ੍ਰੇਮ ਘੱਟ ਵੈ, ਤੇ ਰੱਜ ਰੱਜ ਕੇ ਸੌਣਾ, ਸੂਕਰਾਂ ਮਾਰਨੀਆਂ, ਇਹ ਪ੍ਰੇਮ ਦੀ ਨਿਸ਼ਾਨੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਰਾਤ ਨਹੀਂ ਲੰਘਦੀ, ਦਿਨ ਉਹਨਾਂ ਨੂੰ ਸੂਲਾਂ ਵਰਗਾ ਪ੍ਰਤੀਤ ਹੁੰਦਾ ਹੈ। ਬੜੀ ਔਖਾ ਉਹਨਾਂ ਦਾ ਸਮਾਂ ਲੰਘਦਾ ਹੈ। ਇੱਕ ਇੱਕ ਘੜੀ ਉਹਦੇ 4 ਪੈਰ ਚੋਂ ਜੁਗ ਹੈ ਸਮਾਨੇ, 4 ਪੈਰ 4 ਜੁਗ ਵਰਗੇ ਪ੍ਰਤੀਤ ਹੋਣ ਲੱਗ ਜਾਂਦੇ। ਮਹਾਰਾਜ ਕਦੋਂ ਆਊਗਾ ਸਮਾਂ, ਕਦੋਂ ਆਵੇਗਾ ਸਮਾਂ? ਤੇ ਜਦੋਂ ਫਿਰ ਮਹਾਰਾਜ ਨੂੰ ਬੁਲਾਇਆ ਨਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸਾਧ ਸੰਗਤ ਜੀ ਇਹ ਨਹੀਂ ਕਿ ਇਹ ਪ੍ਰੇਮ ਕੇਵਲ ਸਿੱਖ ਨੂੰ ਹੀ ਜਿਹੜਾ ਹੈ ਉਹ ਆਨੰਦ ਦੇ ਰਿਹਾ ਹੈ। ਸਤਿਗੁਰੂ ਜੀ ਵੀ ਇਸ ਪ੍ਰੇਮ ਦੇ ਵਿੱਚ ਸਾਧ ਸੰਗਤ ਜੀ ਆਨੰਦਿਤ ਹੋ ਜਾਂਦੇ, ਗਦ-ਗਦ ਹੋ ਜਾਂਦੇ। ਸਾਡਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜਦੋਂ ਪੱਤਰ ਆਪਣੇ ਕਰ ਕਮਲਾਂ ਵਿੱਚ ਪਕੜਿਆ ਨਾ, ਸਿੱਖ ਨੇ ਲੁਕ ਕੇ ਰਿਹਾ ਸੀ। ਜਦੋਂ ਭਾਈ ਬੱਚੇ ਨੂੰ ਪਕੜ ਲਓ ਗੋਲਕ ਤੋਂ, ਲੁਕ ਕੇ ਰਿਹਾ ਸੀ ਜਦੋਂ, ਤੇ ਸਾਧ ਸੰਗਤ ਜੀ ਫਿਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਮਣੇ ਬਿਲਕੁਲ ਆ ਕੇ ਜਦੋਂ ਉਸਨੇ ਪੱਤਰ ਭੇਟ ਕੀਤਾ, ਹਜੂਰ ਨੇ ਪੁੱਛਿਆ ਕੀ ਹੈ? ਮਹਾਰਾਜ ਪੱਤਰ ਹੈ ਸੱਚੇ ਪਾਤਸ਼ਾਹ। ਆਪ ਦੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਨਾਮ ਲਿਆ ਕਿ ਉਹਨਾਂ ਨੇ ਮਹਾਰਾਜ ਜੀ ਪੱਤਰ ਭੇਜਿਆ ਆਪ ਜੀ ਦੇ ਨਾਮ ਤੇ। ਹਜੂਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹ ਪੱਤਰ ਹਜੂਰ ਨੇ ਆਪਣੇ ਕਰ ਕਮਲਾਂ ਵਿੱਚ ਪਕੜਿਆ। ਜਦੋਂ ਪਕੜਿਆ ਮਹਾਰਾਜ ਜੀ ਨੇ ਪੱਤਰ, ਤੇ ਇਹੋ ਜੇ ਪਿਆਰ ਦੀ ਬੇਬਲਤਾ ਵਾਲੀ ਬਾਣੀ ਮਹਾਰਾਜ ਜਦੋਂ ਆਪਣੇ ਨੇਤਰਾਂ ਨਾਲ ਸਤਿਗੁਰਾਂ ਜੀ ਨੇ ਪੜ੍ਹੀ ਨਾ, ਤੇ ਹਜੂਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਕੰਠ ਰੁਕ ਗਿਆ। ਬਾਬਾ ਬੁੱਢਾ ਸਾਹਿਬ ਜੀ ਪੁੱਛਦੇ ਆ ਗਰੀਬ ਨਵਾਜ, ਪੱਤਰ ਵਿੱਚ ਕੀ ਲਿਖਿਆ ਸੱਚੇ ਪਾਤਸ਼ਾਹ? ਹਜੂਰ ਬੋਲਣਾ ਚਾਹੁੰਦੇ ਆ ਪਰ ਸਤਿਗੁਰੂ ਜੀ ਦੀ ਉਹ ਅਵਸਥਾ ਆਈ ਹੈ ਪ੍ਰੇਮ ਦੇ ਸਹਿਤ ਕਿ ਮਹਾਰਾਜ ਦੀ ਬਾਣੀ ਵੀ ਗਦ-ਗਦ ਹੋ ਗਈ। ਸੱਚੇ ਪਾਤਸ਼ਾਹ ਜੀ ਮਹਾਰਾਜ ਬੋਲ ਨਹੀਂ ਸਕੇ ਹਜੂਰ ਗੁਰੂ ਰਾਮਦਾਸ ਸਾਹਿਬ ਜੀ। ਫਿਰ ਬਾਬਾ ਬੁੱਢਾ ਸਾਹਿਬ ਜੀ ਅੱਗੇ ਬ੍ਰਹਮ ਗਿਆਨੀ ਨੇ, ਸਾਧ ਸੰਗਤ ਜੀ ਜਿਹਨੂੰ ਇਹ ਕੋਈ ਪ੍ਰੇਮ ਦਾ ਭਾਵ ਪਤਾ ਹੁੰਦਾ ਨਾ,
ਕਈਆਂ ਨੂੰ ਪਤਾ ਹੀ ਨਹੀਂ ਹੁੰਦਾ, ਉਹ ਗੁਰਮੁਖਾਂ ਨੂੰ ਇਸ ਅਵਸਥਾ 'ਚ ਬਾਰ-ਬਾਰ ਬੁਲਾਈ ਜਾਂਦੇ ਆ। ਉਦੋਂ ਬੋਲਣ ਵਾਲੀ ਅਵਸਥਾ ਨਹੀਂ ਹੁੰਦੀ ਹੈ, ਉਦੋਂ ਪਿਆਰਿਆਂ ਨੂੰ ਨਹੀਂ ਛੇੜਨਾ ਚਾਹੀਦਾ, ਆਪਣੇ ਪਿਆਰੇ ਦੇ ਪਿਆਰ ਵਿੱਚ ਮਗਨ ਨੇ। ਇਹ ਸਤਸੰਗੀਆਂ ਨੂੰ ਪਤਾ ਹੁੰਦਾ ਹੈ। ਬਾਬਾ ਬੁੱਢਾ ਸਾਹਿਬ ਜੀ ਵੀ ਮਹਾਰਾਜ ਦਾ ਉਹ ਚਿਹਰਾ ਵੇਖ ਕੇ, ਭਰੇ ਨੇਤਰ ਵੇਖ ਕੇ, ਰੁਕਿਆ ਕੰਠ ਵੇਖ ਕੇ ਬਾਬਾ ਬੁੱਢਾ ਸਾਹਿਬ ਜੀ ਵੀ ਉਸ ਪਿਆਰ ਰਸ ਵਿੱਚ ਨਿਮਗਨ ਹੋ ਗਏ। ਜੁੜੇ ਹੋਏ ਹੱਥ ਹਜੂਰ ਦੇ ਸਾਹਮਣੇ ਖੜੇ ਐ। ਕੁਝ ਸਮਾਂ ਬੀਤ ਜਾਣ ਤੋਂ ਸਤਿਗੁਰਾਂ ਜੀ ਨੇ ਬੜੇ ਭਰੇ ਹੋਏ ਕੰਠ ਨਾਲ ਕਿਹਾ, ਬਾਬਾ ਬੁੱਢਾ ਸਾਹਿਬ ਜੀ ਜਾਓ ਸਾਡੇ ਪੁੱਤਰ ਨੂੰ ਲਾਹੌਰੋਂ ਲੈ ਕੇ ਆਓ। ਉਸੇ ਵੇਲੇ ਮੱਥਾ ਟੇਕਿਆ ਬਾਬਾ ਬੁੱਢਾ ਸਾਹਿਬ ਨੇ ਹਜੂਰ ਦੇ ਚਰਨਾਂ ਤੇ, ਲਾਹੌਰ ਚੱਲ ਪਏ। ਤੇ ਇਹ ਜਦੋਂ ਸਾਧ ਸੰਗਤ ਜੀ ਆ ਸੁਨ ਪ੍ਰੇਮ ਉਮਾਹੜਾ ਹੈ ਤਾਂ ਇਕੱਠਾ ਪਰ ਅਰਥਾਂ ਵਾਸਤੇ, ਅਸੁਨ ਪ੍ਰੇਮ ਉਮਾਹੜਾ, ਜਿਹੜਾ ਸਾਧ ਸੰਗਤ ਜੀ ਇਹ ਸੁਨ ਅਵਸਥਾ ਹੈ ਨਾ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਦੋਂ ਸਾਰੀ ਰਾਤ ਹਜੂਰ ਧਰਮਸ਼ਾਲਾ ਤੇ ਚੜੇ ਵੇਖਦੇ ਰਹਿੰਦੇ ਸੀਗੇ। ਬਾਬਾ ਬੁੱਢਾ ਸਾਹਿਬ ਜੀ ਜਦੋਂ ਆਏ, ਮਹਾਰਾਜ ਜੀ ਕਹਿੰਦੇ ਹੁਣੇ ਚੱਲੀਏ। ਬਾਬਾ ਬੁੱਢਾ ਸਾਹਿਬ ਕਹਿੰਦੇ ਹੁਣ ਤਾਂ ਰਾਤ ਹੈ, ਆਪਾਂ ਵੱਡੀ ਸਵੇਰ ਤੁਰ ਪਈਏ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਆਪ ਪਿਤਾ ਗੁਰੂ ਜੀ ਦਾ ਸੁਨੇਹਾ ਲੈ ਕੇ ਆਏ ਹੋ, ਸਾਡੇ ਕੋਲੋਂ ਰੁਕਿਆ ਨਹੀਂ ਜਾਂਦਾ। ਬਾਬਾ ਬੁੱਢਾ ਸਾਹਿਬ ਨੇ ਆਖਿਆ ਮਹਾਰਾਜ ਹੁਣ ਤਾਂ ਆਪਾਂ ਅੱਧਾ ਪੈਰ ਹੀ ਰੁਕ ਜੀਏ, ਤੇ ਰੁਕ ਕੇ ਫਿਰ ਇਸ਼ਨਾਨ ਕਰਕੇ ਵੱਡੇ ਵੇਲੇ ਤੁਰ ਪਾਂਗੇ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਫਿਰ ਬਚਨ ਨੂੰ ਮਹਾਰਾਜ ਮੋੜਿਆ ਨਹੀਂ ਸੀ ਕਰਦੇ। ਸਤਿਗੁਰੂ ਜੀ ਇੰਨਾ ਸਤਿਕਾਰ ਦਿੰਦੇ ਸੀ ਗੁਰੂ ਰਾਮਦਾਸ ਸਾਹਿਬ ਜੀ, ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਰਾਜ ਨਹੀਂ ਸਕੇ। ਸਤਿਗੁਰੂ ਜੀ ਉਦੋਂ ਹੀ ਜਾਗਦੇ ਹੀ ਮਹਾਰਾਜ ਇਸ਼ਨਾਨ ਸੋਧ ਲਿਆ ਤੇ ਬਾਬਾ ਬੁੱਢਾ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਹੁਣ 12 ਵੱਜ ਗਏ, ਅੰਮ੍ਰਿਤ ਵੇਲਾ ਹੋ ਗਿਆ, ਆਪਾਂ ਚੱਲੀਏ। ਫਿਰ ਉਥੋਂ ਗੱਡਾ ਜੋੜ ਕੇ ਜਦੋਂ ਸਾਧ ਸੰਗਤ ਜੀ ਮਹਾਰਾਜ ਜੀ ਜਦੋਂ ਆਏ ਹੈ, ਤੇ ਇਸੇ ਹੀ ਮੰਜੀ ਸਾਹਿਬ ਜਿਹੜਾ ਸਥਾਨ ਜਿੱਥੇ ਗੁਰੂ ਕਾ ਬਾਗ ਸਥਾਨ ਹੈ, ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦੀਵਾਨ ਸਜਾਈ ਬੈਠੇ ਸੀ ਸੱਚੇ ਪਾਤਸ਼ਾਹ। ਤੇ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਹਮਣੇ ਤਖਤ ਤੇ ਬੈਠਿਆ ਹੋਇਆ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਕੀਤਾ ਨਾ, ਇਹੋ ਜਿਹਾ ਪ੍ਰੇਮ ਦਾ ਉਮਾੜਾ ਆਇਆ, ਇਹੋ ਜਿਹਾ ਪ੍ਰੇਮ ਦਾ ਉਛਾਲਾ ਆਇਆ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਾਰਾ ਸਰੀਰ ਸੁੰਨ ਹੋ ਗਿਆ ਮਹਾਰਾਜ ਜੀ ਦਾ, ਤੁਰਿਆ ਨਾ ਜਾਵੇ, ਸਰੀਰ ਕੋਲੋਂ ਤੁਰਨ ਦੀ ਸਮਰੱਥਾ ਨਾ ਰਹੀ। ਦਿਲ ਤਾਂ ਚਾਹੁੰਦਾ ਹੈ ਕਿ ਕੋਲ ਪਹੁੰਚ ਕੇ ਪਿਤਾ ਸਤਿਗੁਰੂ ਦੇ ਚਰਨਾਂ ਤੇ ਸੀਸ ਰੱਖੀਏ, ਪਰ ਸਾਧ ਸੰਗਤ ਜੀ ਆ ਸੁਨ ਪ੍ਰੇਮ ਉਮਾਹੜਾ, ਜਦੋਂ ਪ੍ਰੇਮ ਦਾ ਉਛਾਲਾ ਆ ਜਾਂਦਾ ਨਾ, ਫਿਰ ਜੋ ਚਾਹੀਏ ਉਹ ਵੀ ਨਹੀਂ ਹੁੰਦਾ, ਜੋ ਚਾਹੁੰਦੇ ਹੋਈਏ ਉਹ ਕਰ ਨਹੀਂ ਸਕੀਦਾ। ਇਹੋ ਜਿਹਾ ਸਰੀਰ ਸੁੰਨ ਪੈ ਗਿਆ, ਪੁਲਕਾਤ ਅਵਸਥਾ ਆ ਗਈ, ਸਾਰੇ ਸਰੀਰ ਦੇ ਰੋਮ ਖੜੇ ਹੋ ਗਏ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ। ਹੋਰ ਕੁਛ ਨਹੀਂ ਹੋਇਆ, ਮਹਾਰਾਜ ਨੇ ਦੂਰੋਂ ਹੀ ਫਿਰ ਦੰਡਵਤ ਪ੍ਰਣਾਮ ਕੀਤੀ। ਦੰਡਵਤ ਮਹਾਰਾਜ ਚਰਨਾਂ ਤੇ ਝੁਕ ਗਏ। ਦੂਰੋਂ ਹੀ ਪਿਤਾ ਗੁਰੂ ਸਾਹਿਬ ਦਾ ਦਰਸ਼ਨ ਵੇਖ ਕੇ, ਆਪਣੇ ਪੁੱਤਰ ਦੇ ਪਿਆਰ ਦੀ ਅਵਸਥਾ ਵੇਖ ਕੇ ਹਜੂਰ ਤਖਤ ਤੋਂ ਉੱਠ ਕੇ ਬੜੀ ਕਾਹਲੀ ਨਾਲ ਚੱਲਦੇ ਹੋਏ ਆਏ। ਤੇ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਠਾ ਕਰਕੇ ਮਹਾਰਾਜ ਆਪਣੇ ਕੰਠ ਲਾ ਲਿਆ ਸੱਚੇ ਪਾਤਸ਼ਾਹ ਜੀ ਨੇ। ਉਹ ਭੱਟਾਂ ਨੇ ਕਿਹਾ, ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜਨ ਮਾਹੇ ਧਰੀ। ਹਜੂਰ ਨੇ ਕੰਠ ਲਾ ਕੇ ਗੁਰੂ ਜੋਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਅੰਦਰ ਧਰ ਦਿੱਤੀ। ਸਾਧ ਸੰਗਤ ਜੀ ਪ੍ਰੇਮ ਦਾ ਉਮਾੜਾ, ਜਦੋਂ ਪ੍ਰੇਮ ਦਾ ਉਛਾਲਾ ਆਉਂਦਾ ਹੈ ਉਦੋਂ ਫਿਰ ਆ ਵਿਸ਼ੇਸ਼ ਕਰਕੇ ਸਰੀਰ ਸੁੰਨ ਹੋ ਜਾਂਦਾ ਹੈ। ਬੋਲਣਾ ਚਾਹਵੇ ਵੀ ਨਾ ਉਸ ਅਵਸਥਾ ਵਿੱਚ ਨਹੀਂ ਬੋਲਿਆ ਜਾਂਦਾ। ਉਦੋਂ ਤਾਂ ਉਹ ਪ੍ਰੇਮ ਦੇ ਭਾਵ ਹੀ ਗੱਲਾਂ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨਾਲ ਜੇ ਸਿੱਖ ਪ੍ਰੇਮ ਕਰਦੇ, ਹਜੂਰ ਆਪ ਵੀ ਉਸ ਪ੍ਰੇਮ ਵਿੱਚ ਇੰਨੇ ਕੁ ਨਿਗਮਗਨ ਹੋ ਜਾਂਦੇ ਆ। ਮਹਾਰਾਜ ਨੂੰ ਵੀ ਪਿਆਰ ਦਾ ਇੰਨਾ ਕੁ ਉਛਾਲਾ ਆਉਂਦਾ ਹੈ ਕਿ ਭਗਤ ਉਦੋਂ ਪਿਆਰ ਵਿੱਚ ਜੋ ਮਹਾਰਾਜ ਨੂੰ ਕਹਿ ਦੇਵੇ, ਸਤਿਗੁਰੂ ਆਪਣੇ ਸਿੱਖ ਦੇ ਕਹੇ ਹੋਏ ਬਚਨ ਨੂੰ ਉਸੇ ਵੇਲੇ ਪੂਰਾ ਕਰ ਦਿੰਦੇ ਗਰੀਬ ਨਵਾਜ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਭਾਈ ਪ੍ਰੇਮ ਦਾ ਉਛਾਲਾ ਹੈ ਗੁਰਸਿੱਖੋ, ਜਦੋਂ ਆਉਂਦਾ ਹੈ ਤੇ ਸਰੀਰ ਨੂੰ ਮਹਾਰਾਜ ਕਹਿੰਦੇ ਭਾਈ ਸੁੰਨ ਕਰ ਦਿੰਦਾ ਹੈ। ਐਸੇ ਪ੍ਰੇਮ ਦੀ ਅਵਸਥਾ ਵਿੱਚ ਜਿਗਿਆਸਾ ਸਹਿਤ ਇਹ ਬੇਬਲਤਾ ਜਾਗਦੀ ਹੈ। ਕਿਉ ਮਿਲਿਆ ਹਰ ਜਾਏ, ਮਹਾਰਾਜ ਕਿਵੇਂ ਆਪ ਜੀ ਨੂੰ ਮਿਲੀਏ ਜਾ ਕਰਕੇ, ਮਹਾਰਾਜ ਕਿਵੇਂ ਪ੍ਰਾਪਤ ਹੋ ਜਾਵਾਂ ਆਪ, ਇਉਂ ਮਨ ਬਹੁਤ ਤੜਫਦਾ ਹੈ।
ਸਾਧ ਸੰਗਤ ਜੀ ਸਤੀਆਂ ਦਾ ਜ਼ਿਕਰ ਆਉਂਦਾ ਹੈ। ਜਿਵੇਂ ਕਹਿੰਦੇ ਹੈ ਪਤੀਵਰਤਾ ਇੱਕ 3 ਪ੍ਰਕਾਰ ਦੀਆਂ ਇਸਤਰੀਆਂ ਹੁੰਦੀਆਂ। ਇੱਕ ਪਤੀਵਰਤਾ ਇਸਤਰੀ ਹੈ ਜਿਹਨੂੰ ਆਪਣੇ ਪਤੀ ਦੀਆਂ ਗੱਲਾਂ ਸੁਣਨ ਵਿੱਚ ਬੜਾ ਹੀ ਉਤਸ਼ਾਹ ਹੁੰਦਾ ਹੈ। ਪਤੀ ਦੀ ਚਿੱਠੀ ਆਵੇ, ਪਤੀ ਦਾ ਨਾਲ ਗੱਲ ਹੋਵੇ ਤੇ ਉਹਨੂੰ ਬੜਾ ਉਤਸ਼ਾਹ ਬਣਿਆ ਰਹਿੰਦਾ ਹੈ। ਫਿਰ ਜਦੋਂ ਵਿਹਾਰਾਂ ਵਿੱਚ ਲੱਗ ਜਾਂਦੀ ਹੈ, ਫਿਰ ਉਹਦਾ ਮਨ ਵਿਹਾਰਾਂ ਵਿੱਚ ਲੱਗਾ ਹੋਇਆ ਉਧਰ ਨੂੰ ਕੁਸਲ ਹੋ ਜਾਂਦਾ ਹੈ, ਉਹਨੂੰ ਉਧਰੋਂ ਚੇਤਾ ਭੁੱਲ ਜਾਂਦਾ ਹੈ। ਪਰ ਇਹ ਨਹੀਂ ਕਿ ਪ੍ਰੇਮ ਨਹੀਂ ਹੁੰਦਾ, ਪ੍ਰੇਮ ਹੁੰਦਾ ਹੈ, ਪਰ ਉਹਦਾ ਧਿਆਨ ਉਸ ਸਮੇਂ ਵਿਹਾਰਾਂ ਵੱਲ ਨੂੰ ਲੱਗ ਜਾਂਦਾ ਹੈ। ਫਿਰ ਦੂਸਰੀਆਂ ਪਤੀਵਰਤਾ ਇਸਤਰੀਆਂ ਐਸੀਆਂ ਹੁੰਦੀਆਂ ਜਦੋਂ ਪਤੀ ਦੀ ਬਾਬਤ ਮਨ ਦੇ ਅੰਦਰ ਬੈਰਾਗ ਪੈਦਾ ਹੁੰਦਾ ਹੈ ਨਾ, ਇਹੋ ਜੀ ਬੇਬਲਤਾ ਉਹਨਾਂ ਦੇ ਅੰਦਰ ਆ ਜਾਂਦੀ ਹੈ, ਵਿਹਾਰਾਂ ਵਿੱਚ ਫਿਰ ਮਨ ਨਹੀਂ ਲੱਗਦਾ। ਫਿਰ ਵਿਹਾਰ ਕਰਦੇ ਵੀ ਹੈ ਤੇ ਉਤਲੇ ਮਨੋਂ ਵਿਹਾਰ ਹੁੰਦੇ ਹੈ, ਦਿਲੋਂ ਪਤੀ ਦੀ ਯਾਦ ਵਿੱਚ ਹੀ ਚਿੱਤ ਜੁੜਿਆ ਰਹਿੰਦਾ ਹੈ ਤੇ ਇੰਨਾ ਬਰਾਗ ਆਉਂਦਾ ਹੈ ਕਿ ਤਨ ਸੁੱਕ ਜਾਂਦਾ ਹੈ। ਫਿਰ ਉਹ ਬਰਾਗ ਦੀ ਅਵਸਥਾ ਹੈ, ਤਨ ਸੁੱਕ ਜਾਂਦਾ ਹੈ। ਫਿਰ ਸਾਧ ਸੰਗਤ ਜੀ ਤੀਸਰੀ ਪਤੀਵਰਤਾ ਇਸਤਰੀ ਐਸੀ ਹੈ, ਆਪਣੇ ਪਤੀ ਦੀ ਯਾਦ ਵਿੱਚ ਉਹ ਸਾਧ ਸੰਗਤ ਜੀ ਆਪਣੇ ਸਰੀਰ ਤੋਂ ਹੀ ਜਿਹੜਾ ਹੈ ਸਰੀਰ ਨੂੰ ਹੀ ਸਮਾਪਤ ਕਰ ਦਿੰਦੀ ਹੈ ਕਿ ਪਤੀ ਤੋਂ ਬਿਨਾਂ ਮੇਰੇ ਕੋਲੋਂ ਜੀਵਿਆ ਨਹੀਂ ਜਾਂਦਾ। ਇਹ ਅਵਸਥਾ ਸਾਡੇ ਸਤਿਕਾਰਯੋਗ ਮਾਤਾ ਸਾਹਿਬ ਕੌਰ ਜੀ ਨੂੰ ਪ੍ਰਾਪਤ, ਜਿਸ ਵਕਤ ਸਤਿਗੁਰੂ ਜੀ ਨੇ ਭਾਣਾ ਵਰਤਾਉਣਾ ਸੀ ਨਾ, ਜੋਤੀ ਜੋਤ ਸਮਾਉਣਾ ਸੀ, ਮਹਾਰਾਜ ਆਖਿਆ ਸੀ ਸਾਹਿਬ ਕੌਰਾਂ ਤੁਸੀਂ ਹੁਣ ਦਿੱਲੀ ਚਲੇ ਜਾਓ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਖਾਲਸੇ ਦੇ ਮਾਤਾ ਸਾਹਿਬ ਕੌਰ ਜੀ ਨੇ, ਸੱਚੇ ਪਾਤਸ਼ਾਹ ਅਸੀਂ ਤਾਂ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਅੰਨ ਪਾਣੀ ਨਹੀਂ ਗ੍ਰਹਿਣ ਕਰਦੇ, ਮਹਾਰਾਜ ਸਾਡੇ ਜੀਵਨ ਦਾ ਨਿਰਵਾਹ ਕਿਵੇਂ ਹੋਵੇਗਾ। ਸਤਿਗੁਰਾਂ ਜੀ ਨੇ ਆਪਣੇ ਗਾਤਰੇ ਤੋਂ ਸਾਧ ਸੰਗਤ ਜੀ ਸ਼ਸਤਰ ਦਿੱਤਾ ਸੀ। ਕਈਆਂ ਇਤਿਹਾਸਕਾਰਾਂ 5 ਸ਼ਸਤਰ ਕਹੇ ਹੈ ਤੇ ਕਵੀਰਾਜ ਜੀ ਨੇ ਇੱਕ ਤੇਗੇ ਦਾ ਜ਼ਿਕਰ ਕੀਤਾ ਹੈ। ਉਹ ਤੇਗ ਸਾਧ ਸੰਗਤ ਜੀ ਅੱਜ ਵੀ ਮਾਤਾ ਸੁੰਦਰ ਕੌਰ ਜੀ ਦੇ ਸਥਾਨ ਦਿੱਲੀ ਸੰਗਤਾਂ ਦਰਸ਼ਨ ਕਰਦੀਆਂ ਹਨ, ਜਿੱਥੇ ਮਾਤਾ ਸਾਹਿਬ ਜੀ ਹਵੇਲੀ ਵਿੱਚ ਰਹੇ ਸੀ, ਆਪਣਾ ਜੀਵਨ ਦਾ ਲੰਮਾ ਸਮਾਂ ਮਹਾਰਾਜ ਦੀ ਆਗਿਆ ਨਾਲ ਬਤੀਤ ਕੀਤਾ ਸੀ। ਹਜੂਰ ਨੇ ਆਪਣਾ ਉਹ ਜਿਹੜਾ ਸੀ ਨਾ ਸ਼ਸਤਰ ਗਾਤਰਿਓਂ ਕੱਢ ਕੇ ਮਹਾਰਾਜ ਦਿੱਤਾ, ਆਖਿਆ ਸਾਹਿਬ ਕੌਰਾਂ ਇਹ ਸ਼ਸਤਰ ਸਾਡੇ ਦਾਦਾ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਏ। ਸਾਡੇ ਦਾਦਾ ਸਤਿਗੁਰੂ ਜੀ ਇਸ ਸ਼ਸਤਰ ਨੂੰ ਆਪਣੇ ਗਾਤਰੇ ਪਹਿਨਦੇ ਰਹੇ ਆ। ਜਦੋਂ ਤੁਹਾਡਾ ਅੰਮ੍ਰਿਤ ਵੇਲੇ ਸਾਡੇ ਦਰਸ਼ਨਾਂ ਦਾ ਨਿਯਮ ਹੋਵੇ, ਨਿਤਨੇਮ ਕਰਕੇ ਇਸ ਸ਼ਸਤਰ ਦਾ ਦਰਸ਼ਨ ਕਰਿਓ, ਸਾਡਾ ਦਰਸ਼ਨ ਪ੍ਰਤੱਖ ਹੋਵੇਗਾ ਤੇ ਆਪ ਦਾ ਤੁਸੀਂ ਨਿਰਵਾਹ ਕਰ ਲਿਓ। ਸਤਿਗੁਰੂ ਜੀ ਤੋਂ ਵਿਛੜਨਾ ਨਹੀਂ ਚਾਹੁੰਦੇ ਮਾਤਾ ਸਾਹਿਬ ਕੌਰ ਜੀ। ਉਹ ਬੜਾ ਹੀ ਸਾਧ ਸੰਗਤ ਜੀ ਬੇਬਲਤਾ ਵਾਲਾ ਦ੍ਰਿਸ਼ ਕਵੀਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਪੇਸ਼ ਕੀਤਾ। ਅਕਸਰ ਹੁਕਮ ਅੱਗੇ ਵੇਰ ਨਹੀਂ ਨਾ ਹੁੰਦੀ, ਮਹਾਰਾਜ ਜੀ ਨੇ ਆਗਿਆ ਕਰ ਦਿੱਤੀ, ਸਿੰਘ ਤਿਆਰ ਕਰ ਦਿੱਤੇ, ਪਾਲਕੀ ਤਿਆਰ ਹੋ ਗਈ। ਜਦੋਂ ਤੁਰਨਾ ਸੀ ਮਾਤਾ ਸਾਹਿਬ ਜੀ ਨੇ ਚਰਨਾਂ ਨੂੰ ਪਰਸਿਆ, ਹਜੂਰ ਨੇ ਕਹਿ ਕੇ ਉਠਾਇਆ ਆਪ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦਰਸ਼ਨ ਕਰਕੇ ਬਹੁਤ ਨੇਤਰ ਭਰ ਕੇ ਦਰਸ਼ਨ ਕੀਤਾ ਤੇ ਜਿਸ ਵਕਤ ਕਵੀਰਾਜ ਲਿਖਦੇ ਕਿ ਮਾਤਾ ਜੀ ਪਾਲਕੀ ਵਿੱਚ ਚੜਨ ਲੱਗੇ, ਫਿਰ ਦੋਵੇਂ ਹੱਥ ਹਜੂਰ ਨੂੰ ਜੋੜ ਕੇ ਪੁੱਛਿਆ ਮਹਾਰਾਜ ਇਹ ਦਰਸ਼ਨ ਕਦੇ ਹੋਣਗੇ? ਸਤਿਗੁਰੂ ਜੀ ਕਹਿੰਦੇ ਨੇ ਸਾਹਿਬ ਕੌਰਾਂ ਇਸ ਜਾਮੇ ਵਿੱਚ ਨਹੀਂ ਹੋਣੇ, ਹੁਣ ਤੁਸੀਂ ਧਿਆਨ ਵਿੱਚ ਜੁੜੋ, ਨਿਰੰਕਾਰ ਦੀ ਆਰਾਧਨਾ ਵਿੱਚ ਜੁੜ ਜਾਓ। ਬਹੁਤ ਬੇਬਲਤਾ ਨਾਲ ਪਾਲਕੀ ਵਿੱਚ ਚੜਿਆ ਨਾ ਸੀ ਜਾਂਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਆਗਿਆ ਨਾਲ ਜਦੋਂ ਪਾਲਕੀ ਵਿੱਚ ਚੜੇ ਹੈ, ਜਦੋਂ ਉਸ ਪਾਲਕੀ ਨੂੰ ਉਠਾਇਆ ਹੈ, ਕਵੀਰਾਜ ਲਿਖਦੇ ਹੈ ਕਿ ਮਾਤਾ ਜੀ ਪਾਲਕੀ ਵਿੱਚੋਂ ਵੀ ਸਤਿਗੁਰਾਂ ਦੇ ਦੂਰ ਤੱਕ ਦਰਸ਼ਨ ਕਰਦੇ ਰਹੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਉਸ ਜਾਮੇ ਵਿੱਚ ਇਹ ਆਖਰੀ ਦਰਸ਼ਨ। ਜਦੋਂ ਮਾਤਾ ਜੀ ਨੂੰ ਪਤਾ ਲੱਗਿਆ, ਦਿੱਲੀ ਖਬਰ ਪਹੁੰਚੀ ਕਿ ਚੋਜੀ ਪਾਤਸ਼ਾਹ ਭਾਣਾ ਵਰਤਾ ਦਿੱਤਾ ਹੈ, ਮਹਾਰਾਜ ਜੋਤੀ ਜੋਤ ਸਮਾ ਗਏ ਹੈ, ਮਾਤਾ ਸਾਹਿਬ ਜੀ ਨੇ ਇੱਕ ਚੌਂਕੜੇ ਵਿੱਚ ਰਹਿ ਕੇ ਸਰੀਰ ਤਿਆਗ ਦਿੱਤਾ ਸੀ। ਨਾ ਕੋਈ ਅੰਨ ਦਾ ਦਾਣਾ, ਨਾ ਜਲ ਦੀ ਬੂੰਦ ਇਹ ਮੁਖ ਵਿੱਚ ਨਹੀਂ ਸੀ ਪਾਈ। ਇਹ ਸਾਧ ਸੰਗਤ ਜੀ
ਇਹ ਪਤੀਵਰਤਾ ਧਰਮ ਦਾ ਸਿਖਰ ਹੈ। ਮਾਤਾ ਸਾਹਿਬ ਕੌਰ ਜੀ ਨੇ ਦਿੱਲੀ ਦਾ ਉਹ ਸਥਾਨ ਗੁਰਦੁਆਰਾ ਬਾਲਾ ਸਾਹਿਬ, ਮਾਤਾ ਜੀ ਨੇ ਚੌਂਕੜੇ ਵਿੱਚ ਰਹਿ ਕਰਕੇ ਆਪਣਾ ਸਰੀਰ ਤਿਆਗ ਕੇ ਸਤਿਗੁਰੂ ਜੀ ਦੇ ਸਰੂਪ ਵਿੱਚ ਅਭੇਦ ਹੋ ਗਏ। ਜਿਹੜਾ ਮਾਤਾ ਜੀ ਦਾ ਜਨਮ ਅਸਥਾਨ ਹੈ ਨਾ ਸਾਧ ਸੰਗਤ ਜੀ, ਉਹ ਪਾਕਿਸਤਾਨ ਦੇ ਅੰਦਰ ਹੈ ਤੇ ਉਥੇ ਜਾਣ ਦਾ ਪ੍ਰੋਗਰਾਮ ਸੀਗਾ ਪਰ ਦਰਸ਼ਨ ਕਰਨ ਵਾਸਤੇ ਨਹੀਂ ਜਾਇਆ ਜਾ ਸਕਿਆ। ਪਰ ਮੈਨੂੰ ਇੰਗਲੈਂਡ ਦੇ ਸਿੰਘਾਂ ਆਖਿਆ ਕਿ ਉਥੇ ਉਸ ਅਸਥਾਨ ਦੀ ਸੇਵਾ ਦੀ ਲੋੜ ਹੈ, ਕਿਉਂਕਿ ਬਹੁਤ ਛੋਟਾ ਜਿਹਾ ਹੀ ਅਸਥਾਨ ਹੈ। ਖਾਲਸੇ ਪੰਥ ਦੇ ਮਾਤਾ ਜੀ ਦਾ ਜਨਮ ਅਸਥਾਨ ਹੋਵੇ ਤੇ ਬਹੁਤ ਛੋਟਾ ਅਸਥਾਨ ਹੈ, ਬਹੁਤ ਜ਼ਿਆਦਾ ਉੱਥੇ ਸੇਵਾ ਦੀ ਲੋੜ ਹੈ। ਜਿਵੇਂ ਸਤਿਗੁਰਾਂ ਜੀ ਨੂੰ ਪਾਇਆ ਪੰਥ ਦਾ ਧਿਆਨ ਉਧਰ ਨੂੰ ਜਾਵੇ ਤੇ ਉਹ ਸੇਵਾ ਜ਼ਰੂਰ ਹੋਣ ਵਾਲੀ ਹੈ। ਮਾਤਾ ਸਾਹਿਬ ਜੀ ਨੇ ਇਉਂ ਪਤੀਵਰਤਾ ਧਰਮ ਵਿੱਚ ਪਰਪੱਕ ਰਹਿ ਕਰਕੇ ਸਾਧ ਸੰਗਤ ਜੀ ਸਤਿਗੁਰਾਂ ਜੀ ਦੇ ਵਿੱਚ ਆਪਣੇ ਸਰੂਪ ਨੂੰ ਅਭੇਦ ਕੀਤਾ। ਇਹ ਮਹਾਰਾਜ ਜੀ ਨੇ ਦਿਖਾਇਆ ਹੈ ਕਿ ਪ੍ਰੇਮ ਦਾ ਉਮਾੜਾ ਹੈ, ਜਿਹ ਬਾਝ ਨਾ ਜੀਆ ਜਾਏ। ਮਹਾਰਾਜ ਤੋਂ ਬਿਨਾਂ ਜੀਆ ਹੀ ਨਹੀਂ ਜਾਂਦਾ, ਜੀਵਨ ਹੀ ਨਹੀਂ ਰੱਖਣਾ ਪਾਉਂਦਾ। ਇਹ ਮਾਤਾ ਜੀ ਨੇ ਜੀਵਨ ਹੀ ਨਹੀਂ ਰੱਖਿਆ, ਮਹਾਰਾਜ ਦੇ ਅੰਦਰ ਹੀ ਆਪਣਾ ਸਰੂਪ ਅਭੇਦ ਕਰ ਲਿਆ। ਪਹਿਲੇ ਦਰਜੇ ਦੀਆਂ ਜਿਹੜੀਆਂ ਸਤੀਆਂ ਹਨ ਸਾਧ ਸੰਗਤ ਜੀ, ਉਹ ਇਹ ਅਖਵਾਉਂਦੀਆਂ ਤੇ ਜਿੱਦਾਂ ਦੱਸਿਆ ਸੀ ਕਿ ਪਤੀ ਕੀ ਬਾਬਤ ਸੁਣਨਾ, ਉਹਦੀ ਚਿੱਠੀ ਆਉਣੀ, ਇਹ ਸਾਧ ਸੰਗਤ ਜੀ ਗੁਰਸਿੱਖਾਂ ਦਾ ਕੀ ਹੈ, ਪਤੀਵਰਤਾ ਧਰਮ ਮਹਾਰਾਜ ਦਾ ਉਪਦੇਸ਼ ਰੂਪੀ ਜਿਹੜਾ ਪੱਤਰ ਹੈ ਨਾ, ਉਹ ਸੁਣਦੇ ਆ ਕਥਾ ਕੀਰਤਨ ਵਿੱਚ। ਜਦੋਂ ਕਥਾ ਸੁਣਦੇ ਆ, ਕੀਰਤਨ ਸੁਣਦੇ ਆ, ਧਿਆਨ ਲੱਗਾ ਰਹਿੰਦਾ ਮਹਾਰਾਜ ਵੱਲ। ਪਰ ਜਦੋਂ ਉੱਠ ਕੇ ਆਪਣੀਆਂ ਜਿਹੜੀਆਂ ਹਨ ਦੁਨਿਆਵੀ ਕੰਮਾਂ ਵਿਹਾਰਾਂ ਵੱਲ ਚੱਲ ਪੈਂਦੇ ਆ, ਫਿਰ ਧਿਆਨ ਭੁੱਲ ਜਾਂਦਾ ਹੈ, ਵਿਹਾਰਾਂ ਵਿੱਚ ਲੱਗ ਜਾਂਦੇ ਆ, ਫਿਰ ਵਿਸਰ ਹੀ ਜਾਂਦਾ ਹੈ। ਪਰ ਫਿਰ ਵੀ ਆਪਣੀ ਕਿਰਤ ਕਰਦੇ ਆ, ਉਹਨਾਂ ਨੂੰ ਅਗਿਆਤ ਜਿਹੜੀ ਹੈ ਨਾ ਉਹ ਯਾਦ ਕਿ ਮੈਂ ਮਹਾਰਾਜ ਦਾ ਸਿੱਖ ਹਾਂ, ਪਾਪ ਕਰਮ ਨਹੀਂ ਕਰਨਾ, ਫਿਰ ਵੀ ਬੁਰੇ ਕਰਮਾਂ ਤੋਂ ਬਚਦੇ ਆ। ਜਿਹੜੇ ਦੋਵੇਂ ਟਾਈਮ ਆਪਣੇ ਪਤੀ ਪਰਮੇਸ਼ਰ ਦੀ ਬਾਬਤ ਸੰਗਤ ਵਿੱਚ ਸੁਣਨ ਵਾਸਤੇ ਆਉਂਦੇ ਆ, ਜਿੰਨਾ ਚਿਰ ਸੁਣਦੇ ਆ ਬੜਾ ਉਤਸ਼ਾਹ ਆਉਂਦਾ ਹੈ, ਬੜਾ ਪ੍ਰੇਮ ਆਉਂਦਾ ਹੈ। ਪਰ ਜਦੋਂ ਉੱਠ ਕੇ ਦੁਕਾਨ ਖੋਲ ਲਈ, ਹੋਰ ਕੰਮ ਤੇ ਚੱਲ ਪਏ, ਫਿਰ ਭੁੱਲ ਜਾਂਦਾ ਹੈ। ਤੇ ਸਾਧ ਸੰਗਤ ਜੀ ਇੱਕ ਫਿਰ ਐਸੇ ਹੈ ਜਿਨ੍ਹਾਂ ਨੂੰ ਮਹਾਰਾਜ ਦਾ ਨਾਮ ਸੁਣ ਸੁਣ ਕੇ, ਕਥਾ ਕੀਰਤਨ ਸੁਣ ਸੁਣ ਕੇ ਇੰਨਾ ਬਰਾਗ ਪੈਦਾ ਹੋ ਜਾਂਦਾ ਹੈ ਕਿ ਕੰਮ ਤਾਂ ਕਰਦੇ ਐ, ਵਿਹਾਰ ਤਾਂ ਕਰਦੇ ਐ, ਪਰ ਵਿਹਾਰ ਵਿੱਚ ਉਹਨਾਂ ਦਾ ਚਿੱਤ ਨਹੀਂ ਹੁੰਦਾ, ਵਿਹਾਰ ਵਿੱਚ ਉਹਨਾਂ ਦਾ ਮਨ ਨਹੀਂ ਲੱਗਦਾ। ਪ੍ਰੀਤਮ ਪਿਆਰੇ ਦੇ ਯਾਦ ਵਿੱਚ ਹੀ ਆਪਣੇ ਸਾਧ ਸੰਗਤ ਜੀ ਵਿਹਾਰ ਨੂੰ ਕਰਦੇ ਰਹਿੰਦੇ ਐ। ਜਿਵੇਂ ਪਤੀਵਰਤਾ ਇਸਤਰੀ ਕੰਮ ਕਰਦੇ ਆ, ਉਹਦੇ ਕੋਲੋਂ ਕੋਈ ਨੁਕਸਾਨ ਵੀ ਹੋ ਜਾਏ ਤੇ ਫਿਰ ਲਾਗੋਂ ਕੋਈ ਦੱਸਦਾ ਕਿ ਆਹ ਕੀ ਕਰਤਾ, ਉਹਨੂੰ ਪਤੀ ਦੀ ਯਾਦ ਵਿੱਚ ਪਤਾ ਹੀ ਨਹੀਂ ਲੱਗਦਾ, ਕਿਉਂਕਿ ਕੰਮ ਤਾਂ ਸਰੀਰ ਕਰ ਰਿਹਾ, ਮਨ ਤਾਂ ਉਹਦੀ ਯਾਦ ਵਿੱਚ ਜੁੜਿਆ ਪਿਆ। ਇਸ ਤਰ੍ਹਾਂ ਰੱਬ ਦੇ ਪਿਆਰੇ ਸਾਧ ਸੰਗਤ ਜੀ ਯਾਦ ਵਿੱਚ ਮਨ ਜੁੜਿਆ ਹੋਇਆ ਤੇ ਕਦਾਚਿਤ ਵੀ ਸਰੀਰ ਕਰਕੇ ਉਹ ਖਿਆਲ ਨਹੀਂ ਰੱਖਦੇ, ਸਰੀਰ ਕਰਕੇ ਕੰਮ ਕਰਦੇ ਆ, ਕਿਰਤ ਕਰਦੇ ਆ, ਪਰ ਇਹੋ ਜੀ ਬਰਾਗ ਦੀ ਅਵਸਥਾ ਹੈ ਕਿ ਹਰ ਵੇਲੇ ਮਨ ਮਹਾਰਾਜ ਜੀ ਦੀ ਯਾਦ ਵਿੱਚ ਹੀ ਜੁੜਿਆ ਰਹਿੰਦਾ ਹੈ। ਫਿਰ ਤੀਸਰੀ ਜਿਹੜੀ ਕਹੀ ਸੀ, ਜਿਹਨੂੰ ਸਿਖਰ ਦੀ ਅਵਸਥਾ ਹੈ, ਜਿਹੜੀ ਮਾਤਾ ਸਾਹਿਬ ਕੌਰ ਜੀ ਦੇ ਆਪਣੇ ਤੇ ਪ੍ਰਗਟ ਕਰਕੇ ਦਿਖਾਈ ਹੈ, ਉਹ ਸਾਧ ਸੰਗਤ ਜੀ ਬ੍ਰਹਮ ਗਿਆਨੀ ਮਹਾਂਪੁਰਖ ਜਦੋਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਨਾ, ਉਦੋਂ ਇਹ ਹਾਲਤ ਹੋ ਜਾਂਦੀ ਹੈ। ਉਦੋਂ ਫਿਰ ਸਾਧ ਸੰਗਤ ਜੀ ਇਹ ਜਿਹੜੀਆਂ ਨਾ ਭੂਮਿਕਾਵਾਂ ਸਰੀਰ ਤੇ ਆਉਂਦੀਆਂ, 6 ਭੂਮਿਕਾ ਤੱਕ ਇਹੋ ਜੀ ਅਵਸਥਾ ਹੋ ਜਾਂਦੀ ਹੈ ਕਿ ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂਡੇ ਕਾਗ, ਤੇ ਕਹਿੰਦੇ ਨੇ ਅਜੋ ਸੋ ਰੱਬ ਨਾ ਬੌੜਿਓ, ਦੇਖ ਬੰਦੇ ਕੇ ਭਾਗ। ਕਹਿੰਦੇ ਨੇ ਵੇਖ ਮੇਰੇ ਭਾਗ, ਵੇਖ ਹਾਲਤ ਕੀ ਹੋ ਗਈ, ਤਨ ਸੁੱਕਾ ਪਿੰਜਰ ਥੀਆ। ਬਰਾਗ ਵਿੱਚ ਸਾਧ ਸੰਗਤ ਜੀ ਉਹ ਸਰੀਰ ਨੂੰ ਹੀ ਸਮਾਪਤ ਕਰਨ, ਉਹਨਾਂ ਨੂੰ ਇਹ ਨਹੀਂ ਹੁੰਦਾ ਮੇਰਾ ਸਰੀਰ ਮੁੱਕ ਜਾਏਗਾ, ਕਹਿੰਦੇ ਨਹੀਂ ਮਹਾਰਾਜ ਤੂੰ ਮਿਲ ਜਾਏ। ਉਹ ਇਹੋ ਜੀ ਅਵਸਥਾ ਹੁੰਦੀ ਹੈ ਜਿਵੇਂ ਫਰੀਦ ਜੀ ਨੇ ਆਪਣੇ ਸਰੀਰ ਤੇ ਪ੍ਰਗਟ ਕਰਕੇ ਦਿਖਾਈ ਹੈ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਪਿੰਜਰਾ ਹੀ ਬਣ ਗਿਆ ਤੇ ਉਹ ਪਿੰਜਰਾ ਹੀ ਜਾਣ ਕਰਕੇ ਤਲੀਆਂ ਖੂੰਡੇ ਕਾਂਗ, ਉਹ ਕਾਗ ਜਿਹੜੇ ਕਾਂ ਸੀ ਨਾ, ਉਹ ਤਲੀਆਂ ਤੇ ਆ ਕੇ ਠੂੰਗੇ ਮਾਰਦੇ ਆ ਤੇ ਅੱਲਾ ਨੂੰ ਸੰਬੋਧਨ ਹੋਏ ਗੱਲਾਂ ਤਾਂ ਪਰਮੇਸ਼ਰ ਨਾਲ ਹੀ ਕਰਦੇ ਆ ਨਾ।
ਅਜੇ ਸੋ ਰੱਬ ਨਾ ਬੌੜਿਓ, ਕਹਿੰਦੇ ਅਜੇ ਵੀ ਅੱਲਾ ਵੇਖੋ ਨਹੀਂ ਬੌੜਿਆ, ਮੇਰੇ ਭਾਗ ਤਾਂ ਵੇਖੋ। ਇਹ ਸਾਧ ਸੰਗਤ ਜੀ ਜਦੋਂ ਸਾਖਿਆਤਤਾ ਹੋਣੀ ਹੁੰਦੀ ਹੈ ਨਾ, ਉਦੋਂ ਬਸ ਇਹ ਸਿਖਰ ਹੀ ਹੁੰਦਾ। ਜਦੋਂ ਸਰੀਰ ਦਾ ਭਾਵ ਮੁੱਕ ਜਾਂਦਾ, ਦੇਹ ਦੇ ਆਸ ਦੇ ਪਿੰਜਰੇ ਨੂੰ ਤੋੜ ਕੇ ਆਜ਼ਾਦ ਹੁੰਦੇ, ਉਦੋਂ ਬ੍ਰਹਮ ਗਿਆਨ ਹੋ ਜਾਂਦਾ, ਫਿਰ ਪਰਮੇਸ਼ਰ ਵਿੱਚ ਅਭੇਦ ਹੋ ਜਾਈਦਾ ਹੈ। ਇਹੀ ਪ੍ਰੇਮ ਦਾ ਉਮਾੜਾ ਹੀ ਮਿਲਾਉਂਦਾ ਹੈ, ਇਹ ਪ੍ਰੇਮ ਦਾ ਉਤਸ਼ਾਹ ਹੀ ਮਿਲਾਉਂਦਾ ਮਹਾਰਾਜ ਦੇ ਨਾਲ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਹ ਇਹ ਅਵਸਥਾ ਹੁੰਦੀ ਹੈ, ਕਹਿੰਦੇ ਨੇ ਸੁਪਨੇ ਆਇਆ ਭੀ ਗਿਆ, ਮੈਂ ਜਲ ਭਰਿਆ ਰੋਏ, ਆਏ ਨ ਸਕਾ ਤੁਝ ਕਨ ਪਿਆਰੇ, ਭੇਜ ਨ ਸਕਾ ਕੋਏ, ਆਓ ਸੁਭਾਗੀ ਨਿੰਦੜੀਏ, ਮਤ ਸੋ ਦੇਖਾਂ ਸੋਏ। ਇਹੋ ਜੀ ਪ੍ਰੇਮ ਦੀ ਅਵਸਥਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹ ਉਮਾੜਾ ਪ੍ਰੇਮ ਦਾ ਦਿਖਾਇਆ ਹੈ, ਪ੍ਰੇਮ ਦਾ ਉਛਾਲਾ ਦਿਖਾਇਆ ਹੈ। ਸਾਧ ਸੰਗਤ ਜੀ ਸੁਪਨੇ ਵਿੱਚ ਵੀ ਜਦੋਂ ਦਰਸ਼ਨ ਹੋ ਜਾਂਦਾ ਹੈ ਨਾ, ਤੇ ਸੁਪਨੇ ਦਾ ਦਰਸ਼ਨ ਵੇਖ ਕਰਕੇ ਹੀ ਨਾ, ਸੁਪਨੇ ਆਇਆ ਭੀ ਗਿਆ, ਚਲੇ ਗਿਆ ਦਰਸ਼ਨ, ਸੁਪਨਾ ਆਇਆ ਚਲੇ ਗਿਆ, ਪਰ ਕੀ ਹੋਇਆ, ਮੈਂ ਜਲ ਭਰਿਆ ਰੋਏ, ਜਲ ਆ ਗਿਆ ਅੱਖਾਂ ਵਿੱਚ, ਰੋ ਰੋ ਕੇ ਉੱਠ ਕੇ ਵੀ ਬਰਾਗ, ਉਹ ਸੁਪਨਾ ਹੀ ਚੇਤਾ ਹੀ ਹੈ, ਭੁੱਲਦਾ ਹੀ ਨਹੀਂ। ਜਿਵੇਂ ਭਾਈ ਗੁਰਦਾਸ ਜੀ ਨੇ ਵੇਖ ਲਿਆ ਸੀ ਕਾਂਸ਼ੀ ਵਿੱਚ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਿਆਂ ਸਾਰਾ ਦਿਨ ਔਂਸੀਆਂ ਪਾਉਂਦਿਆਂ ਲੰਘ ਜਾਂਦਾ ਹੈ, ਸਾਰੀ ਰਾਤ ਵਿਯੋਗ ਵਿੱਚ ਲੱਗ ਜਾਂਦੀ ਹੈ। ਵਿਯੋਗ ਵਿੱਚ ਜੁੜਿਆਂ ਹੋਇਆਂ ਦੀ ਅੱਖ ਲੱਗ ਗਈ, ਕਹਿੰਦੇ ਨੇ ਸੁਪਨ ਚਰਿੱਤਰ ਚਿੱਤਰ ਬਾਨ ਕੇ ਬਨੇ ਪਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਸਾਧ ਸੰਗਤ ਜੀ ਇਹ ਪ੍ਰੇਮ ਦੀ ਅਵਸਥਾ। ਭਾਈ ਗੁਰਦਾਸ ਸਾਹਿਬ ਸੁਪਨੇ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦਾ ਦਰਸ਼ਨ ਵੇਖਿਆ। ਕੀ ਹੋਇਆ, ਆਪਣੇ ਕਬਿਤ ਸਵਈਆਂ ਵਿੱਚ ਕਹਿੰਦੇ ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ। ਬਬੀਹੇ ਨੇ ਕਹਿੰਦੇ ਹੁਣੀ ਬੋਲਣਾ ਸੀ, ਬਬੀਹਾ ਬੋਲਿਆ, ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਮੀਨ ਗਤ ਗੁਰ ਬਿਰਹੋ ਜਗਾਏ ਹੈ। ਸਾਡੇ ਕਹਿੰਦੇ ਚਿੱਤ ਦੀ ਉਹ ਅਵਸਥਾ ਹੋ ਗਈ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫ ਉੱਠਦੀ ਹੈ। ਮੇਰਾ ਦਿਲ ਹਿਰਦਾ, ਭਾਈ ਗੁਰਦਾਸ ਜੀ ਕਹਿੰਦੇ, ਤੜਪ ਪਿਆ ਕਿ ਕਿਉਂ ਮੇਰੀ ਜਾਗ ਖੁੱਲੀ ਨਹੀਂ ਸੀ, ਜਾਗ ਖੁੱਲਣੀ ਚਾਹੀਦੀ। ਇਸੇ ਕਰਕੇ ਉਹ ਪਿਆਰ ਦੀ ਅਵਸਥਾ ਮਹਾਰਾਜ ਦਿਖਾਈ ਹੈ। ਆਏ ਨ ਸਕਾਂ ਤੁਝ ਕਨ ਪਿਆਰੇ, ਕੰਨ ਵੱਲ ਕਹਿੰਦੇ ਐ, ਇਹ ਬੋਲੀ ਵਰਤੀ ਮਹਾਰਾਜ ਜੀ ਨੇ ਬਾਣੀ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਦੋਂ ਜਗਿਆਸੂ ਦੀ ਜਾਗਰਤ ਅਵਸਥਾ ਹੁੰਦੀ ਹੈ ਨਾ, ਭਾਵ ਜਦੋਂ ਜਾਗ ਰਹੇ ਹੁੰਦੇ, ਜਿਵੇਂ ਅਸੀਂ ਜਾਗਦੇ ਹਾਂ, ਇਹ ਜਾਗਣਾ ਸਰੀਰ ਦਾ। ਸਾਧ ਸੰਗਤ ਜੀ ਪਿਆਰੇ ਦੀ ਯਾਦ ਵਿੱਚ ਜੁੜਦੇ ਆ। ਕਦੇ ਫਿਰ ਕੋਈ ਫੁਰਨਾ ਤੰਗ ਕਰਦਾ, ਕਦੇ ਕੋਈ ਚੀਜ਼ ਤੰਗ ਕਰਦੀ ਹੈ। ਬੜਾ ਯੁੱਧਮਈ ਹੈ, ਸੰਘਰਸ਼ਮਈ ਉਹਨਾਂ ਦਾ ਸਾਧ ਸੰਗਤ ਜੀ ਜੀਵਨ ਹੁੰਦਾ ਸਾਰਾ। ਫਿਰ ਮਹਾਰਾਜ ਨੂੰ ਤਰਲਾ ਲੈ ਕੇ ਕਹਿੰਦੇ, ਮਹਾਰਾਜ ਮੈਂ ਤਾਂ ਆਏ ਨਾ ਸਕਾਂ ਤੁਝ ਕਨ ਪਿਆਰੇ, ਆ ਹੀ ਨਹੀਂ ਸਕਦਾ, ਕਿਉਂਕਿ ਮਹਾਰਾਜ ਜਿੰਨਾ ਚਿਰ ਆਵਣ ਦੇ ਤਾਂ ਆਵਾਂ, ਮਹਾਰਾਜ ਤੂੰ ਆਉਣ ਦਵੇਂ ਤਾਂ ਮੈਂ ਤੇਰੇ ਤੱਕ ਆ ਸਕਦਾ, ਕਿਉਂਕਿ ਤੇਰੀ ਚੰਬੇੜੀ ਹੋਈ ਮਾਇਆ ਨਹੀਂ ਮੇਰਾ ਖਹਿੜਾ ਛੱਡਦੀ। ਮਹਾਰਾਜ ਨਾਲ ਗੱਲਾਂ ਕਰਦੇ ਐ, ਆਪਾਂ ਤਾਂ ਗੱਲਾਂ ਕਰਨ ਵਾਲਾ ਕੋਈ ਲੱਭਦੇ ਆ ਨਾ, ਉਹਨਾਂ ਨਾਲ ਕੋਈ ਨਹੀਂ, ਪਰਮੇਸ਼ਰ ਨਾਲ ਗੱਲਾਂ ਕਰਦੇ ਆ। ਕਹਿੰਦੇ ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਮਹਾਰਾਜ ਕਿਸੇ ਨੂੰ ਭੇਜ ਵੀ ਨਹੀਂ ਸਕਦੇ। ਮਹਾਰਾਜ ਕਹਿੰਦੇ ਕੀ ਚਾਹੀਦਾ, ਕਹਿੰਦੇ ਆਓ ਸੁਭਾਗੀ ਨੀਂਦੜੀਏ, ਨੀਂਦਰੇ ਤੂੰ ਹੀ ਆ ਜਾ। ਫਿਰ ਜਾਗਦਿਆਂ ਤਾਂ ਧੁੰਦਵਾਦ ਬਣਿਆ ਹੋਇਆ, ਮਤ ਸਹੁ ਦੇਖਾਂ ਸੋਏ, ਕਿਤੇ ਫਿਰ ਮੈਂ ਨੀਂਦ ਵਿੱਚ ਹੀ ਸੁਪਨੇ ਵਿੱਚ ਹੀ ਪਿਆਰੇ ਦਾ ਦਰਸ਼ਨ ਵੇਖ ਲਵਾਂ। ਇਹ ਸਾਧ ਸੰਗਤ ਜੀ ਦਰਸ਼ਨਾਂ ਦੇ ਵੇਖਣ ਦੀ ਖਿੱਚ ਵੈ, ਤੇ ਦਰਸ਼ਨ ਵੀ 4 ਪ੍ਰਕਾਰ ਦੇ ਮੰਨੇ ਜਾਂਦੇ। ਉਸ ਸਮਾਂ ਇਹਨਾਂ ਨਹੀਂ, ਫਿਰ ਕਿਸੇ ਦਿਨ ਪ੍ਰਕਰਨ ਆਇਆ ਤਾਂ ਆਪਾਂ ਦਰਸ਼ਨਾਂ ਦੀ ਬਾਬਤ, ਮਹਾਰਾਜ ਦੇ ਜੋ ਦਰਸ਼ਨ ਹਨ ਭਗਤ ਪਿਆਰੇ ਜਿਸ ਵਾਸਤੇ ਬੇਬਲ ਹੁੰਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਪ੍ਰੇਮ ਦਾ ਉਮਾੜਾ ਹੈ ਗੁਰਸਿੱਖੋ। ਪ੍ਰੇਮ ਜਦੋਂ ਉਛਾਲਾ ਮਾਰਦਾ ਨਾ, ਉਹ ਫਿਰ ਤਰਲਾ ਲੈਂਦੇ ਅੰਦਰੋਂ, ਮਹਾਰਾਜ ਕਿਵੇਂ ਆਪ ਨੂੰ ਆ ਕਰਕੇ ਕਿਉਂ ਮਿਲੀਏ ਹਰ ਜਾਏ, ਕਿਵੇਂ ਮਹਾਰਾਜ ਤੁਹਾਨੂੰ ਜਾ ਕਰਕੇ ਮਿਲ ਸਕੀਏ। ਮਨ ਤਨ ਪਿਆਸ ਦਰਸ਼ਨ ਕਣੀ, ਮਹਾਰਾਜ ਸਾਡੇ ਮਨ ਵਿੱਚ ਵੀ ਪਿਆਸ ਭਰੀ ਹੋਈ, ਬਹੁਤ ਪਿਆਸਾ ਮਨ ਮਹਾਰਾਜ ਬਬੀਹੇ ਦੀ ਤਰ੍ਹਾਂ ਤੜਫ ਰਿਹਾ ਹੈ ਮਨ ਸਾਡਾ। ਤੇ ਤਨ ਮਹਾਰਾਜ ਸਰੀਰ ਵੀ ਪਿਆਸ ਨਾਲ ਭਰ ਗਿਆ, ਕੋਈ ਖਾਣ ਦੀ ਚਾਹ ਨਹੀਂ ਰਹਿ ਗਈ, ਕੋਈ ਪਹਿਰਨ ਦਾ ਸ਼ੌਂਕ ਨਹੀਂ ਰਹਿ ਗਿਆ। ਜਿਹਨੂੰ ਇਹ ਪ੍ਰੇਮ ਦੀ ਅਵਸਥਾ ਹੁੰਦੀ ਹੈ ਨਾ ਸਾਧ ਸੰਗਤ ਜੀ, ਉਹ ਖਾਣ ਪਹਿਰਨ ਤੋਂ ਰਹਿ ਜਾਂਦੇ ਆ।
ਉਹ ਦੁਨੀਆ ਦੇ ਸ਼ੌਂਕ ਤੋਂ ਰਹਿ ਜਾਂਦੇ ਐ, ਉਹ ਗੱਡੀਆਂ ਦੇ ਹੰਡਾਉਣ ਦੇ ਸ਼ੌਂਕ ਤੋਂ ਰਹਿ ਜਾਂਦੇ ਐ। ਨਹੀਂ ਤੇ ਜਿੰਨਾ ਚਿਰ ਇਹ ਸ਼ੌਂਕ ਹੈ ਨਾ ਕਿ ਇਹ ਜੇ ਕੱਪੜੇ ਪਾਈਏ, ਇਹ ਜੇ ਖਾਣੇ ਖਾਈਏ, ਇਹੋ ਜੀਆਂ ਗੱਡੀਆਂ ਹੋਣ ਹੰਡਾਉਣ ਨੂੰ, ਇਹ ਜੇ ਘਰ ਮਹਿਲ ਨੁਮਾ ਹੋਣ, ਤੇ ਕਹਿਣਾ ਅਸੀਂ ਪ੍ਰੇਮ ਕਰਦੇ ਆਂ, ਸਾਨੂੰ ਨਹੀਂ ਉਮਾ, ਮੇਰੇ 'ਚ ਵੀ ਉਮਾ ਏ। ਇਹ ਕੋਈ ਉਮਾ ਨਹੀਂ ਸਾਧ ਸੰਗਤ ਜੀ, ਜਿਹਨੂੰ ਚੇਤੀ ਇੱਧਰ ਪਾਸੇ ਲੱਗਿਆ ਹੋਇਆ। ਤਨ 'ਚ ਪ੍ਰੀਤੀ ਹੈ ਨਹੀਂ, ਮਨ 'ਚ ਪ੍ਰੀਤੀ ਹੈ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਇਹ ਉਮਾੜਾ ਜਿਹਨੂੰ ਆਉਂਦਾ ਨਾ, ਜਿਹਨੂੰ ਉਤਸ਼ਾਹ ਆਉਂਦਾ, ਜਿਹਨੂੰ ਉਛਾਲਾ ਪ੍ਰੇਮ ਮਾਰਦਾ ਨਾ, ਉਹ ਕਹਿੰਦੇ ਆ ਮਨ ਤਨ ਪਿਆਸ ਦਰਸ਼ਨ ਘਣੀ। ਮਹਾਰਾਜ ਘਣੀ ਬਹੁਤਾ ਜ਼ਿਆਦੀ ਪਿਆਸ ਲੱਗ ਗਈ ਹੈ ਮਹਾਰਾਜ ਤੁਹਾਡੇ ਦਰਸ਼ਨਾਂ ਦੀ। ਸਰੀਰ ਨਹੀਂ ਰਹਿੰਦਾ, ਸੱਚੇ ਪਾਤਸ਼ਾਹ ਸਰੀਰ ਚਾਹੁੰਦਾ ਸਾਡਾ, ਪਿਆਸਾ ਨਾਲ ਤੜਫ ਰਿਹਾ ਹੈ, ਕੋਈ ਇੱਛਾ ਨਹੀਂ ਹੋਰ ਰਹਿ ਗਈ ਕਿਸੇ ਪਦਾਰਥ ਦੀ। ਮਨ ਮਹਾਰਾਜ ਬੇਬਲ ਹੋਇਆ ਤੜਫ ਰਿਹਾ ਹੈ ਆਪ ਦੇ ਦਰਸ਼ਨਾਂ ਨੂੰ। ਕੋਈ ਆਣ ਮਿਲਾਵੈ ਮਾਏ, हे ਮਾਏ ਮਾਤਾ ਸਰੂਪ ਸੰਤ ਜਨੋ, ਕੋਈ ਆਣ ਕਰਕੇ ਸਾਨੂੰ ਮਿਲਾ ਦੇਵੇ। ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਆਕੋਰ। ਪ੍ਰਾਣ ਹੀ ਭੇਟਾ ਕਰ ਦਈਏ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਥੰਮਣ ਸ਼ਾਹ ਫਕੀਰ ਦੇ ਕੋਲ ਗਏ ਨਾ, ਜਿੱਥੇ ਉਹਨੇ ਕਿਹਾ ਮਹਾਰਾਜ ਉਹ ਪਿਆਰੇ ਦਾ ਦਰਸ਼ਨ ਕਿਹੋ ਜਿਹਾ ਹੈ, ਉਹਦਾ ਪ੍ਰੇਮ ਕਿਹੋ ਜਿਹਾ ਲੱਗਦਾ ਹੈ। ਹਜੂਰ ਨੇ ਉੱਥੇ ਸਾਧ ਸੰਗਤ ਜੀ ਸ਼ਬਦ ਉਚਾਰਿਆ ਸੀ, ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ। ਇਹ ਸ਼ਬਦ ਮਹਾਰਾਜ ਥੰਮਣ ਸ਼ਾਹ ਦੇ ਫਕੀਰ ਦੇ ਪ੍ਰਥਾਏ ਮਹਾਰਾਜ ਉਚਾਰਨ ਕੀਤਾ ਸੀਗਾ। ਤੇ ਥੰਮਣ ਸ਼ਾਹ ਫਕੀਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਕਿਹਾ ਕਿ ਇਹ ਥੰਮਣ ਸ਼ਾਹ ਜੇ ਤੈਨੂੰ ਦਰਸ਼ਨ ਕਰਾ ਦਈਏ ਤੇ ਫਿਰ ਸਾਨੂੰ ਕੀ ਭੇਟ ਕਰੇਗਾ। ਤੈ ਸਾਹਿਬ ਕੀ ਬਾਤ ਜੇ ਆਖਾਂ, ਕਹੋ ਨਾਨਕ ਕਿਆ ਦੀਜੈ, ਕੀ ਦੇਵੇਂਗਾ। ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਥੰਮਣ ਸ਼ਾਹ ਕਹਿੰਦਾ, ਉਹਦੇ ਕਹੇ ਬੋਲ ਮਹਾਰਾਜ ਹਜੂਰ ਨੇ ਸ਼੍ਰੀਮੁਖ ਵਾਕ ਕਰਕੇ ਲਿਖੇ ਹੈ। ਥੰਮਣ ਸ਼ਾਹ ਫਕੀਰ ਕਹਿੰਦਾ ਮਹਾਰਾਜ ਸਿਰ ਵੱਢ ਕੇ ਹਾਜ਼ਰ ਕਰ ਦਾਂਗਾ, ਮਹਾਰਾਜ ਸਿਰ ਵੱਢ ਕੇ ਕਹਾਂਗਾ ਕਿ ਇੱਥੇ ਬੈਠੋ, ਮਹਾਰਾਜ ਤੁਹਾਡੇ ਬੈਠਣ ਲਈ ਆਪਣਾ ਸਿਰ ਹੀ ਲਾ ਕੇ ਧਰ ਦਿਆਂਗਾ। ਇਹ ਸਾਧ ਸੰਗਤ ਜੀ ਪਿਆਸ ਹੈ ਮਨ ਦੇ ਅੰਦਰ। ਕੋਈ ਆਣ ਮਿਲਾਵੈ ਮਾਏ, हे ਮਾਤਾ ਸਰੂਪ ਗੁਰੂ ਜੀ ਮਹਾਰਾਜ ਕਿਰਪਾ ਕਰਕੇ ਸਾਨੂੰ ਮਹਾਰਾਜ ਮਿਲਾ ਦਿਓ ਪਰਮੇਸ਼ਰ ਨਾਲ, ਅਭੇਦ ਕਰ ਲਓ ਸੱਚੇ ਪਾਤਸ਼ਾਹ। ਜਿਹੜੇ ਮਾਤਾ ਪਿਤਾ ਰੂਪ ਹਨ ਨਾ, ਉਹ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਹੈ ਸਤਪੁਰਸ਼ਾਂ ਨੂੰ, ਉਹਨਾਂ ਅੱਗੇ ਫਰਿਆਦ ਕਰ ਲੈਣੀ ਕਿ ਮਹਾਰਾਜ ਤੁਹਾਨੂੰ ਪ੍ਰਾਪਤੀ ਹੈ। ਮੇਰੇ ਵੀ ਮਨ ਤੇ ਤਨ ਵਿੱਚ ਬੜੀ ਪਿਆਸ ਪ੍ਰਗਟ ਹੋ ਗਈ, ਤੜਪਿਆ ਮਨ ਮੇਰਾ ਤੇ ਬੇਬਲ ਹੋ ਗਿਆ ਸਰੀਰ ਮੇਰਾ। ਮਹਾਰਾਜ ਮੈਨੂੰ ਵੀ ਕਿਰਪਾ ਕਰਕੇ ਦਰਸ਼ਨ ਵਿਖਾਲ ਦਿਓ, ਕਿਵੇਂ ਨਾ ਕਿਵੇਂ ਪਰਮੇਸ਼ਰ ਨਾਲ ਮਿਲਾ ਦਿਓ। ਸੰਤ ਸਹਾਏ ਪ੍ਰੇਮ ਕੇ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਫਿਰ ਸੰਤ ਆ ਨਾ, ਸੰਤਾਂ ਦੀ ਪ੍ਰੇਮੀਆਂ ਦੀ ਗੁਰਮੁਖਾਂ ਦੀ ਜਿਹੜੀ ਸੰਗਤ ਬੈ, ਉਹ ਪ੍ਰੇਮ ਦੇ ਪਾਉਣ ਵਿੱਚ ਸਹਾਈ ਹੁੰਦੇ ਆ। ਕਿਉਂ ਸਹਾਈ ਹੁੰਦੇ ਆ? ਕਿਉਂਕਿ ਸਾਧ ਸੰਗਤ ਜੀ ਉਹ ਆਪ ਪ੍ਰੇਮ ਦੇ ਨਾਲ ਸਨਿਗਧ ਹੁੰਦੇ ਆ, ਪ੍ਰੇਮ ਵਿੱਚ ਉਹਨਾਂ ਦੇ ਚਿੱਤ ਭਿੱਜੇ ਹੁੰਦੇ ਆ। ਇਹੋ ਜੇ ਪਿਆਰ ਦੀ ਬੇਬਲਤਾ ਵੇਖ ਕਰਕੇ ਕੋਈ ਜਗਿਆਸੂ ਵੀ ਵੇਖਦਾ ਨਾ, ਤੇ ਸਾਧ ਸੰਗਤ ਜੀ ਉਹਦਾ ਵੀ ਚਿੱਤ ਜੁੜ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰਾ ਹਜੂਰ ਨੇ ਪਰਿਵਾਰ ਵਾਰ ਦਿੱਤਾ। ਜਦੋਂ ਮਹਾਰਾਜ ਲੱਖੀ ਜੰਗਲ ਆਏ ਨਾ, ਤੇ ਸਾਧ ਸੰਗਤ ਜੀ ਮਹਾਰਾਜ ਦੇ ਇੱਥੇ ਖਾਲਸੇ ਨੇ ਦਰਸ਼ਨ ਕੀਤਾ ਆ ਕਰਕੇ। ਮਹਾਰਾਜ ਆਪਣੇ ਖਾਲਸੇ ਵੱਲ ਵੇਖ ਕੇ ਹਜੂਰ ਕਹਿੰਦੇ ਲੱਖੀ ਜੰਗਲ ਖਾਲਸਾ ਆਏ ਦੀਦਾਰ ਦਿੱਤੋ ਨੇ। ਮਹਾਰਾਜ ਨੇ ਕਿਹਾ ਨਹੀਂ ਕਿਹਾ ਕਿ ਸਾਡਾ ਦਰਸ਼ਨ ਕੀਤਾ ਤੁਸੀਂ ਖਾਲਸਾ, ਸਾਨੂੰ ਆ ਕੇ ਦਰਸ਼ਨ ਦਿੱਤਾ ਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਤੋਂ ਆਪਣਾ ਸਭ ਕੁਝ ਵਾਰ ਦਿੱਤਾ, ਉਹਨਾਂ ਨੂੰ ਇੰਨਾ ਵਡਿਆ ਰਹੇ ਹੈ। ਖਾਲਸਾ ਧੰਨ ਤੁਸੀਂ ਇੱਥੇ ਆ ਕਰਕੇ ਸਾਨੂੰ ਦਰਸ਼ਨ ਬਖਸ਼ਿਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ, ਫਿਰ ਪੜ੍ਹਦੇ ਹੋਏ ਪੰਕਤੀ, ਸੰਤ ਸਹਾਏ ਪ੍ਰੇਮ ਕੇ। ਉਹਨਾਂ ਨੇ ਇਹ ਪ੍ਰੇਮ ਸਾਧ ਸੰਗਤ ਜੀ ਕੀਤਾ ਹੁੰਦਾ ਹੈ। ਜਦੋਂ ਪ੍ਰੇਮ ਕਰਦਿਆਂ ਕੀ ਹੁੰਦਾ ਹੈ ਕਿ ਇਸ ਰਾਹ ਤੇ ਤੁਰਿਆਂ ਕਿੱਥੇ ਮੋੜ ਵੈ, ਕਿੱਥੇ ਪੱਥਰ ਵੈ, ਕਿੱਥੇ ਠੇਡਾ ਲੱਗ ਜਾਏਗਾ, ਕਿੱਥੇ ਖਾਈ ਬੜੀ ਡੂੰਘੀ ਹੈ, ਜਿਹੜਾ ਲੰਘਿਆ ਉਹਨੂੰ ਪਤਾ। ਤੇ ਫਿਰ ਉਹਨਾਂ ਦੀ ਸੰਗਤ ਜਦੋਂ ਕਰੀਏ ਤਾਂ ਦੱਸ ਦਿੰਦੇ ਆ। ਜਿਵੇਂ ਜਿਹੜਾ ਹੇਮਕੁੰਟ ਸਾਹਿਬ ਕਦੀ ਪਹਿਲਾਂ ਨਹੀਂ ਨਾ ਗਿਆ,
ਤੇ ਜਦੋਂ ਪਹਿਲੀ ਵਾਰ ਜਾ ਰਿਹਾ ਹੋਵੇ ਤੇ ਜਿਹੜੇ ਅੱਗੋਂ ਦਰਸ਼ਨ ਕਰਕੇ ਮੁੜ ਰਹੇ ਹੁੰਦੇ ਆ, ਕਿਉਂਕਿ ਉਹ ਪਹਾੜੀਆਂ ਦੇ ਮੋੜ ਹੁੰਦੇ ਆ ਨਾ, ਤੇ ਜਦੋਂ ਬਿਲਕੁਲ ਕੋਈ 2-3 ਕਿਲੋਮੀਟਰ ਹੀ ਰਹਿ ਜਾਵੇ ਤੇ ਮੋੜ ਹੁੰਦਾ, ਉਦੋਂ ਦਰਸ਼ਨ ਨਹੀਂ ਹੁੰਦਾ। ਅਜੇ ਦੂਰੋਂ ਦਰਸ਼ਨ ਹੋਣ ਲੱਗ ਜਾਂਦਾ ਨਾ ਪੌੜੀਆਂ ਦਾ ਦੂਰੋਂ ਹੀ, ਤੇ ਉਹ 2-3 ਕਿਲੋਮੀਟਰ ਦੇ ਫਰਕ ਤੋਂ ਵੀ ਉਹ ਲੱਗਦਾ ਕਿ ਅਜੇ ਪਤਾ ਨਹੀਂ ਹੋਰ 10-12 ਕਿਲੋਮੀਟਰ ਹੋਣਾ ਅਜੇ, ਤੇ ਸਰੀਰ ਤਾਂ ਉੱਥੋਂ ਤੱਕ ਹੀ ਕਈਆਂ ਦਾ ਹੰਭਿਆ ਹੁੰਦਾ, ਕਿਉਂਕਿ ਝਾੜਾਈ ਬਹੁਤ ਜ਼ਿਆਦਾ। ਤੇ ਫਿਰ ਜਿਹੜੇ ਅੱਗੋਂ ਆ ਰਹੇ ਹੁੰਦੇ ਆ ਨਾ, ਉਹ ਹੌਸਲਾ ਦਿੰਦੇ ਆ, ਉਹ ਬਸ ਲਾਗੇ ਰਹਿ ਗਿਆ, ਹੁਣ ਤਾਂ ਪਹੁੰਚ ਗਏ। ਉਹ ਫਿਰ ਉਹ ਜਦੋਂ ਇਉਂ ਸੁਣਦੇ ਆ ਤੇ ਫਿਰ ਮਨ 'ਚ ਉਛਾਲਾ ਆਉਂਦਾ ਵੀ ਚੱਲੀਏ, ਹੁਣ ਬਈਏ ਨਾ। ਜਿਹੜਾ ਬਹਿ ਜੇ ਨਾ ਉੱਥੇ ਦੀ ਯਾਤਰਾ ਬਾਬਤ, ਜਿਹੜਾ ਬਹਿ ਜੇ ਉਹਦੇ ਕੋਲੋਂ ਫਿਰ ਤੁਰਨਾ ਔਖਾ ਹੁੰਦਾ ਜੀ। ਭਾਵੇਂ ਥੋੜਾ ਤੁਰੇ ਹੀ ਰਹੋ, ਇਵੇਂ ਹੀ ਹੈ ਸਾਧ ਸੰਗਤ ਜੀ। ਪ੍ਰੇਮ ਦੇ ਮਾਰਗ ਤੇ ਜੇ ਕਹੋ ਕਿ ਹੁਣ ਨਿਤਨੇਮ 10 ਦਿਨ ਨਹੀਂ ਕੀਤਾ ਫੇਰ ਕਰ ਲਾਂਗੇ, ਮਨ ਬਹਿ ਗਿਆ ਨਾ, ਇਹਨ ਫਿਰ ਜੁੜ ਜਾਣਾ, ਫਿਰ ਨਾਸਤਿਕ ਪੁਣੇ ਦੀਆਂ ਪੀੜਾਂ ਛੇੜ ਦੇਣੀਆਂ ਇਹਨੇ, ਫਿਰ ਕਿੱਥੇ ਪ੍ਰੇਮ, ਫਿਰ ਤਾਂ ਬੁਰੀ ਹਾਲਤ ਹੋ ਜਾਣੀ। ਇਸ ਕਰਕੇ ਤੁਰੇ ਰਹਿਣਾ ਚਾਹੀਦਾ, ਤੁਰੇ ਰਹੀਏ। ਤੇ ਉਹ ਤੁਰੇ ਰਹਿਣ ਦਾ ਉਤਸ਼ਾਹ ਕੌਣ ਦਿੰਦੇ ਆ? ਸੰਤ, ਜਿਨ੍ਹਾਂ ਨੇ ਇਸ ਮਾਰਗ ਨੂੰ ਸਰ ਕਰ ਲਿਆ। ਸੰਤਾਂ ਦੀ ਸੰਗਤ ਦੱਸਦੀ ਹੈ, ਉਹ ਕਹਿੰਦੇ ਪ੍ਰੇਮੀਆਂ ਉਹ ਹੈ, ਬਸ ਤੇਰੇ ਨਿਸ਼ਚੇ ਵਿੱਚ ਜਿਸ ਦਿਨ ਪਕਿਆਈ ਆ ਗਈ ਨਾ ਤੇ ਤੈਨੂੰ ਉਸੇ ਵੇਲੇ ਪ੍ਰਾਪਤ ਹੋ ਜਾਣਾ। ਬਸ ਤੂੰ ਨਿਸ਼ਚਾ ਨਾਲ ਆਪਣਾ ਡੋਲਾ। ਸਬਰ ਤੇ ਸੰਤੋਖ ਇਹ ਦੋਵੇਂ ਤੇਰੇ ਮਿੱਤਰ ਹੈ ਪੱਕੇ, ਇਹਨਾਂ ਦਾ ਖਹਿੜਾ ਨਾ ਛੱਡੀ। ਬਸ ਮਹਾਰਾਜ ਦੇ ਮਿਲਣ 'ਚ ਫਰਕ ਨਹੀਂ, ਬਸ ਤੇਰੇ ਜਿਹੜੇ ਆ ਨਿਸ਼ਚੇ ਵਿੱਚ ਫਰਕ ਹੈ। ਜਿਸ ਦਿਨ ਉਹ ਕਚਿਆਈ ਨਿਕਲ ਗਈ, ਮਹਾਰਾਜ ਉਸੇ ਵੇਲੇ ਤੈਨੂੰ ਸਾਖਿਆਤ ਹੋ ਜਾਣਗੇ। ਇਹ ਸੰਤ ਜਿਹੜੇ ਆ ਨਾ ਸਾਧ ਸੰਗਤ ਜੀ, ਸੰਤਾਂ ਦੀ ਜਿਹੜੀ ਸੰਗਤ ਵੈ, ਮਹਾਰਾਜ ਕਹਿੰਦੇ ਭਾਈ ਇਸ ਪ੍ਰੇਮ ਦੇ ਪਾਉਣ ਵਿੱਚ ਸਹਾਈ ਹੁੰਦੀ ਆ। ਤਿਨ ਕੈ ਲਾਗਾ ਪਾਏ। ਸਤਿਗੁਰੂ ਜੀ ਕਹਿੰਦੇ ਨੇ ਭਾਈ ਜਗਿਆਸਾ ਮੁਖ ਤੋਂ ਮਹਾਰਾਜ ਫਰਮਾਉਂਦੇ ਕਿ ਅਸੀਂ ਉਹਨਾਂ ਦੇ ਪਾਏ ਚਰਨੀ ਲੱਗੀਏ, ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਪ੍ਰੇਮ ਲੱਗ ਜਾਂਦਾ ਹੈ, ਪਰਮੇਸ਼ਰ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ। ਮਹਾਰਾਜ ਜੀ ਨੇ ਕਿਹਾ ਸੀ ਨਾ, ਭਾਗ ਹੋਆ ਗੁਰ ਸੰਤ ਮਿਲਾਇਆ। ਗੁਰੂ ਸਾਹਿਬ ਨਾਲ ਕਿਹਨੇ ਮਿਲਾਇਆ? ਸੰਤ ਬਾਬਾ ਬੁੱਢਾ ਸਾਹਿਬ ਜੀ ਨੇ ਮਿਲਾਤਾ। ਬਾਬਾ ਬੁੱਢਾ ਸਾਹਿਬ ਜੀ ਦੇ ਚਰਨੀ ਪੈਣ ਸਤਿਗੁਰੂ ਜੀ, ਕਿ ਬਾਬਾ ਬੁੱਢਾ ਸਾਹਿਬ ਤੁਸਾਂ ਸਾਨੂੰ ਸਤਿਗੁਰਾਂ ਜੀ ਦੇ ਨਾਲ ਮਿਲਾਇਆ ਹੈ। ਮਹਾਰਾਜ ਕਹਿੰਦੇ ਭਾਈ ਉਹਨਾਂ ਦੇ ਚਰਨਾਂ ਦੇ ਨਾਲ ਲੱਗ ਜਾਈਏ, ਜਿਨ੍ਹਾਂ ਦੇ ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਦੀ ਸੰਗਤ ਕਰਕੇ ਵਾਹਿਗੁਰੂ ਦਾ ਪਿਆਰ ਪ੍ਰਾਪਤ ਹੁੰਦਾ ਹੈ। ਧੰਨ ਸਤਿਪੁਰਸ਼ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਜੀਵਨ ਦੇ ਅੰਦਰ ਇਹੋ ਜੀ ਕਮਾਈ ਕੀਤੀ ਹੈ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨੂੰ ਕੋਈ ਪੜ੍ਹੇ ਲਿਖੇ ਸਾਧ ਸੰਗਤ ਜੀ ਪ੍ਰੋਫੈਸਰ ਸੀਗੇ, ਉਹ ਮਹਾਂਪੁਰਖ ਬੋਲਿਆ ਬਹੁਤ ਘੱਟ ਕਰਦੇ ਸੀ। ਕਹਿੰਦੇ ਆ ਕੇ ਪੁੱਛਣ ਲੱਗੇ ਕਿ ਮਹਾਰਾਜ ਬੈਰਾਗ ਕਿਹਨੂੰ ਕਹਿੰਦੇ ਆ? ਬੈਰਾਗ ਦੱਸੋ ਕਿ ਬੈਰਾਗ ਦੀ ਅਵਸਥਾ ਕੀ ਹੈ? ਮਹਾਂਪੁਰਖ ਨੀਵੀਂ ਪਾਈ ਹੋਈ ਸੀ, ਸੁਣੀ ਗਏ। ਜਦੋਂ ਉਹਨਾਂ ਨੇ ਕੁਝ ਚਿਰ ਫਿਰ ਕਿਹਾ ਮਹਾਰਾਜ ਸਾਨੂੰ ਬੈਰਾਗ ਦੀ ਅਵਸਥਾ ਦੱਸੋ, ਮਹਾਂਪੁਰਖਾਂ ਨੇ ਜਦੋਂ ਆਪਦਾ ਚਿਹਰਾ ਤਾਂ ਚੱਕਿਆ ਨਾ ਸਾਧ ਸੰਗਤ ਜੀ, ਬੈਰਾਗ ਨਾਲ ਭਰੇ ਹੋਏ ਨੇਤਰ, ਦਾਗਦਾ ਹੋਇਆ ਨੂਰੋ ਨੂਰ ਮਸਤਕ, ਕਹਿੰਦੇ ਮਹਾਰਾਜ ਜਾਣ ਲਿਆ ਸੀ ਕਿ ਬੈਰਾਗ ਕੀ ਹੁੰਦਾ ਹੈ। ਬੈਰਾਗ ਨੂੰ ਸਾਧ ਸੰਗਤ ਜੀ ਲਿਖਣ ਵਾਸਤੇ ਅੱਖਰਾਂ ਦੀ ਲੋੜ ਨਹੀਂ ਪੈਂਦੀ, ਬੈਰਾਗ ਨੂੰ ਤਾਂ ਦਰਸ਼ਨ ਹੀ ਕਾਫੀ ਹੈ। ਇਹੋ ਜਿਹੇ ਜੁੜੇ ਹੋਏ ਸੰਤਾਂ ਦਾ ਜਦੋਂ ਸੰਗਤ ਕਰੀਏ, ਉਹਨਾਂ ਦਾ ਸਾਧ ਸੰਗਤ ਜੀ ਸੰਗ ਮਾਣੀਏ, ਮਹਾਰਾਜ ਕਹਿੰਦੇ ਭਾਈ ਉਹ ਪ੍ਰੇਮ ਦੇ ਪਾਉਣ ਵਿੱਚ ਇਹੋ ਜੀ ਸਹਾਇਤਾ ਕਰਦੀ ਉਹਨਾਂ ਦੀ ਸੰਗਤ, ਉਹਨਾਂ ਦੇ ਚਰਨੀ ਲੱਗੀ ਹੈ ਜਿਨ੍ਹਾਂ ਨੂੰ ਮਹਾਰਾਜ ਆਪਦੇ ਪ੍ਰੇਮ ਨਾਲ ਸਰ ਸਬਝ ਕੀਤਾ। ਵਿਣ ਪ੍ਰਭ ਕਿਉ ਸੁਖ ਪਾਈਐ। ਉਹ ਕਹਿੰਦੇ ਆ ਬਿਨਾਂ ਪ੍ਰਭੂ ਆਪਦੇ ਮਿਲਾਪ ਤੋਂ ਕਿਵੇਂ ਸੁਖ ਪਾ ਲਈਏ। ਮਹਾਰਾਜ ਸਾਨੂੰ ਸੁਖ ਨਹੀਂ ਕਿਸੇ ਵੀ ਚੀਜ਼ ਵਿੱਚ, ਕੋਈ ਸਾਨੂੰ ਚੀਜ਼ ਨਹੀਂ ਵਿਹਾਉਂਦੀ, ਨਾ ਮਹਾਰਾਜ ਸਾਨੂੰ ਕੋਈ ਖਾਣਾ, ਨਾ ਪਹਿਰਣਾ, ਨਾ ਰਾਤ, ਨਾ ਦਿਨ, ਕੁਝ ਵੀ ਚੰਗਾ ਨਹੀਂ ਲੱਗਦਾ ਮਹਾਰਾਜ। ਨਾ ਸੰਬੰਧੀਆਂ ਨਾਲ ਹੱਸਣਾ ਖੇਡਣਾ, ਕੁਛ ਨਹੀਂ ਮਹਾਰਾਜ ਸਾਨੂੰ ਪਾਉਂਦਾ ਹੈ। ਮਹਾਰਾਜ ਤੇਰੇ ਪਿਆਰ ਤੋਂ ਬਿਨਾਂ ਸਾਡੇ ਕੋਲੋਂ ਰਿਹਾ ਨਹੀਂ ਜਾਂਦਾ। ਦੂਜੇ ਨਾਹੇ ਜਾਏ, ਸਾਨੂੰ ਕੋਈ ਦੂਜੀ ਜਾਏ ਜਗ੍ਹਾ ਹੀ ਨਹੀਂ ਮਹਾਰਾਜ, ਕਿੱਥੇ ਚਲੇ ਜਾਈਏ। ਮਹਾਰਾਜ ਤੁਹਾਡੇ ਤੋਂ ਬਿਨਾਂ ਹੋਰ ਦਰ ਨਹੀਂ ਸਾਡੇ ਕੋਲ ਕੋਈ। ਹੁਣ ਤਾਂ ਮਹਾਰਾਜ ਆਪ ਦਾ ਹੀ ਆਸਰਾ ਹੈ, ਤੁਹਾਡੇ ਦਰ ਤੋਂ ਬਿਨਾਂ ਮਹਾਰਾਜ, ਤੁਹਾਡੇ ਦਰਬਾਰ ਤੋਂ ਬਿਨਾਂ, ਸਤ ਸੰਗਤ ਤੋਂ ਬਿਨਾਂ, ਸਿੱਖੀ ਤੋਂ ਬਿਨਾਂ ਕੋਈ ਜਾਏ ਜਗ੍ਹਾ ਨਹੀਂ ਮਹਾਰਾਜ, ਕਿੱਥੇ ਚਲੇ ਜਾਈਏ।
ਜਿਹੜਾ ਪਿਆਰ ਹੈ ਨਾ, ਮਹਾਰਾਜ ਵੇਖਦੇ ਹੈ ਕਿ ਭਲਾ ਇਹ ਨਿਸ਼ਚਾ ਡੋਲਦਾ ਇਹਦਾ, ਤੇ ਸਿੱਖ ਦੋਵੇਂ ਹੱਥ ਜੋੜ ਅਰਦਾਸ ਹੀ ਕਰਦੇ, ਮਹਾਰਾਜ ਨਿਸ਼ਚਾ ਨਾ ਡੁਲਾਇਓ ਸੱਚੇ ਪਾਤਸ਼ਾਹ, ਆਪ ਦਾ ਦਰ ਛੱਡਣ ਲਈ ਮਜਬੂਰ ਨਾ ਕਰਿਓ, ਇਹਦੇ ਨਾਲੋਂ ਤਾਂ ਮੌਤ ਚੰਗੀ ਹੈ, ਜੇ ਮਹਾਰਾਜ ਮਰ ਜਾਣਾ ਹੀ ਚੰਗਾ ਹੈ। ਫਰੀਦਾ ਬਾਰ ਪਰਾਇਆ ਬੈਸਣਾ, ਸਾਈਂ ਮੁਝੇ ਨਾ ਦੇ, ਜੇ ਤੂੰ ਇਹ ਵੈ ਰੱਖ ਸੀ ਜਿਉ ਸ਼ਰੀਰੋਂ ਲੈ। ਮਹਾਰਾਜ ਤੇਰੇ ਤੋਂ ਬਿਨਾਂ ਨਹੀਂ ਜੀਣਾ ਅਸੀਂ। ਮਹਾਰਾਜ ਸੱਚੇ ਪਾਤਸ਼ਾਹ ਦੂਜੀ ਨਾ ਹੀ ਜਾਏ, ਕੋਈ ਦੂਜੀ ਜਾਏ ਜਗ੍ਹਾ ਹੀ ਨਹੀਂ, ਮਹਾਰਾਜ ਕਿੱਧਰ ਚਲੇ ਜਾਈਏ ਤੇਰਾ ਦਰ ਛੱਡ ਕੇ। ਮਹਾਰਾਜ ਹੁਣ ਤਾਂ ਤੇਰੇ ਦਰ ਤੇ ਹੀ ਅਸੀਂ ਮਰਨਾ, ਹੋਰ ਸਾਡੇ ਵਾਸਤੇ ਕੋਈ ਥਾਂ ਨਹੀਂ ਹੈ। ਜਿਨੇ ਚਾਖਿਆ ਪ੍ਰੇਮ ਰਸ। ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਇਹ ਪ੍ਰੇਮ ਦਾ ਉਤਸ਼ਾਹ ਆਉਂਦਾ ਨਾ, ਪ੍ਰੇਮ ਉਛਾਲਾ ਮਾਰਦਾ ਹੈ, ਤੇ ਜਿਸ ਨੇ ਮਹਾਰਾਜ ਕਹਿੰਦੇ ਪ੍ਰੇਮ ਦੇ ਰਸ ਨੂੰ ਭਾਈ ਚੱਖ ਲਿਆ ਏ, ਸੇ ਤ੍ਰਿਪਤ ਰਹੇ ਆਕਾਏ। ਮਹਾਰਾਜ ਕਹਿੰਦੇ ਭਾਈ ਉਹ ਤ੍ਰਿਪਤ ਹੋ ਗਏ ਸੰਸਾਰ ਦੇ ਰਸਾਂ ਤੋਂ, ਤ੍ਰਿਪਤ ਹੋ ਗਏ, ਅਘਾ ਗਏ ਪਰਲੋਕ ਦੇ ਸੁੱਖਾਂ ਤੋਂ। ਉਹਨਾਂ ਨੂੰ ਕਹੇ ਕਿ ਤੈਨੂੰ ਇੰਦਰ ਬਣਾ ਦਈਏ, ਤੂੰ ਮਹਾਰਾਜ ਨਾਲ ਪ੍ਰੇਮ ਨਾ ਕਰ। ਉਹ ਕਹਿੰਦੇ ਜਾ ਕੰਮ ਕਰ, ਜਾ ਕੇ ਤੂੰ ਬਣ ਜਾ ਇੰਦਰ, ਮੈਂ ਨਹੀਂ ਬਣਦਾ। ਉਹਨਾਂ ਨੂੰ ਇੰਦਰ ਪਦਵੀ ਵੀ ਨਹੀਂ ਚੰਗੀ ਲੱਗਦੀ, ਬ੍ਰਹਮ ਪਦਵੀ ਨਹੀਂ ਚੰਗੀ ਲੱਗਦੀ। ਜਿਸ ਇੰਦਰ ਪਦਵੀ ਦੇ ਵਾਸਤੇ ਕਹਿੰਦੇ ਵਿਸ਼ਵਾਮਿਤਰ ਇੰਨਾ ਤਪ ਕਰਦਾ ਸੀ, ਤੇ ਇੰਦਰ ਡਰ ਗਿਆ, ਕਹਿੰਦਾ ਮੇਰੀ ਪਦਵੀ ਨਾ ਲੈ ਲੈ, ਇਹਦਾ ਤਪ ਭੰਗ ਕਰੋ। ਤੇ ਰੱਬ ਦੇ ਪਿਆਰਿਆਂ ਨੂੰ ਕੋਈ ਫਰੀ ਚ ਮੁਫਤ ਚ ਦੇਵੇ, ਤੇ ਕਹਿੰਦੇ ਨਾ ਮੈਂ ਕੀ ਕਰਨੀ ਹੈ। ਮੁਕਤ ਬੱਪੜੀ ਪੀ ਗਿਆਨੀ ਤਿਆਗੇ, ਉਹ ਮੁਕਤ ਵੀ ਤਿਆਗ ਦਿੰਦੇ। ਮਹਾਰਾਜ ਕੀ ਕਰਨਾ ਮੁਕਤ ਹੋ ਕੇ, ਸਾਨੂੰ ਤਾਂ ਤੇਰੀ ਪ੍ਰੀਤ ਚਾਹੀਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਫਿਰ ਪੜ੍ਹਦੇ ਹੋ, ਜਿਨੇ ਚਾਖਿਆ ਪ੍ਰੇਮ ਰਸ। ਜਿਨ੍ਹਾਂ ਨੇ ਮਹਾਰਾਜ ਕਹਿੰਦੇ ਉਹ ਪ੍ਰੇਮ ਦਾ ਭਾਈ ਰਸ ਚੱਖ ਲਿਆ ਹੈ ਇੱਕ ਵਾਰ, ਸੇ ਤ੍ਰਿਪਤ ਰਹੇ ਆਕਾਏ। ਉਹ ਤ੍ਰਿਪਤ ਹੋ ਗਏ। ਮਹਾਰਾਜ ਕਹਿੰਦੇ ਭਾਈ ਇਸ ਸੰਸਾਰ ਦੇ ਸੁੱਖਾਂ ਤੋਂ ਅਘਾ ਗਏ, ਪਰਲੋਕ ਦੇ ਸੁੱਖਾਂ ਤੋਂ। ਆਪ ਤਿਆਗ ਬਿਨਤੀ ਕਰਹਿ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵੀ ਇਹ ਪ੍ਰੀਤ ਦੀ ਮਹਾਰਾਜ ਥੋੜੀ ਜੀ ਕਿਣਕਾ ਮਾਤਰ ਪ੍ਰਾਪਤ ਹੋਵੇ। ਮਹਾਰਾਜ ਕਹਿੰਦੇ ਆਪਾ ਭਾਵ ਤਿਆਗ ਕੇ ਬੇਨਤੀ ਕਰਨੀ ਚਾਹੀਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਰੇ ਆਏ ਨਾ, ਜਦੋਂ ਬਹਾਦਰ ਸ਼ਾਹ ਨੂੰ ਮਹਾਰਾਜ ਰਾਜ ਦਿੱਤਾ ਹਿੰਦੁਸਤਾਨ ਦਾ, ਇੱਕ ਕਾਜੀ ਮਹਾਰਾਜ ਨੂੰ ਕਹਿਣ ਲੱਗਾ ਕਿ ਗੁਰੂ ਮਹਾਰਾਜ ਖੁਦਾ ਦਾ ਕੀ ਪਾਉਣਾ ਹੈ। ਸਤਿਗੁਰੂ ਜੀ ਕਹਿੰਦੇ ਸਾਰੇ ਐਬ ਛੱਡਣੇ, ਬੰਦਗੀ ਕਰਨੀ, ਗੁਨਾਹਾਂ ਨੂੰ ਛੱਡ ਕਰਕੇ ਫਿਰ ਅੱਲਾ ਦੇ ਅੱਗੇ ਬੇਨਤੀ ਕਰਨੀ, ਮਹਾਰਾਜ ਮੈਂ ਔਗਣਾਂ ਦਾ ਭਰਿਆ ਹੋਇਆ, ਮੈਨੂੰ ਆਪਣੇ ਨਾਲ ਮਿਲਾ ਲੈ। ਕਾਜੀ ਹੱਸ ਪਿਆ, ਕਹਿੰਦਾ ਮਹਾਰਾਜ ਜਦੋਂ ਸਾਰੇ ਗੁਨਾਹ ਮੁੱਕ ਗਏ, ਐਬ ਸਾਰੇ ਛੱਡ ਦਿੱਤੇ, ਮਨ ਪਵਿੱਤਰ ਹੋ ਗਿਆ, ਸਰੀਰ ਪਵਿੱਤਰ ਹੋ ਗਿਆ, ਤੇ ਫਿਰ ਤਾਂ ਮਹਾਰਾਜ ਬੇਨਤੀ ਕਰਨ ਦੀ ਕੀ ਲੋੜ ਹੈ। ਸਤਿਗੁਰੂ ਜੀ ਵੀ ਹੱਸ ਪਏ। ਮਹਾਰਾਜ ਕਹਿੰਦੇ ਕਾਜੀ ਆਪਣਾ ਮਨ ਟਿਕਾ ਕੇ ਵੇਖ ਭਲਾ ਅੱਲਾ 'ਚ ਟਿਕਦਾ। ਤੇ ਜਦੋਂ ਨਾ ਟਿਕਾ ਸਕਿਆ ਨਾ, ਕਹਿੰਦਾ ਮਹਾਰਾਜ ਮਨ ਤਾਂ ਨਹੀਂ ਟਿਕਦਾ। ਸਤਿਗੁਰੂ ਜੀ ਕਹਿੰਦੇ ਮਨ ਬੇਨਤੀਆਂ ਕਰਨ ਨਾਲ ਟਿਕਦਾ ਹੈ। ਬਾਹਰੋਂ ਗੁਨਾਹ ਛੱਡ ਦਈਦੇ ਆ, ਪਵਿੱਤਰ ਹੋ ਜਾਂਦਾ ਹੈ ਸਰੀਰ। ਸਾਰੇ ਗੁਨਾਹਾਂ ਨੂੰ ਛੱਡ ਕੇ ਜਦੋਂ ਬੰਦਗੀ ਵਿੱਚ ਪ੍ਰਵਿਰਤ ਹੋ ਜਾਵੇ ਨਾ, ਫਿਰ ਕਹੇ ਕਿ ਮਹਾਰਾਜ ਹਮ ਅਵਗੁਣ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਹਾਰਾਜ ਦੇ ਅੱਗੇ ਫਿਰ ਬੋਲੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਇੰਨੀ ਬੰਦਗੀ ਸੀ, ਇੰਨਾ ਸਾਧ ਸੰਗਤ ਜੀ ਫਰੀਦ ਜੀ ਦਾ ਤਪ ਹੈ। ਫਿਰ ਫਰੀਦ ਜੀ ਨੇ ਕਿਹਾ, ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹੈ ਦਰਵੇਸ਼। ਅੱਲਾ ਲੋਕ ਮੈਨੂੰ ਸੰਤ ਕਹਿੰਦੇ, ਦਰਵੇਸ਼ ਕਹਿੰਦੇ ਆ, ਮੈਂ ਗੁਨਾਹਾਂ ਦਾ ਭਰਿਆ ਹੋਇਆ, ਕੋਈ ਗੁਨਾਹ ਨਹੀਂ ਫਰੀਦ ਜੀ ਦੇ ਅੰਦਰ। ਉਹਨਾਂ ਦਾ ਤਾਂ ਦਰਸ਼ਨ ਵੇਖ ਕੇ ਸੁੱਕੀਆਂ ਰੂਹਾਂ ਹਰੀਆਂ ਹੋ ਜਾਂਦੀਆਂ। ਐਡਾ ਸਿਖਰ ਦਾ ਬਰਾਗ ਕੇ ਗੁਰੂ ਮਹਾਰਾਜ ਨੂੰ ਭਾ ਗਿਆ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ। ਸਾਧ ਸੰਗਤ ਜੀ ਇਹ ਬਰਾਗ ਦੀ ਅਵਸਥਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹੈ ਕਿ ਭਾਈ ਜਦੋਂ ਸਰੀਰ ਕਰਕੇ ਕੋਈ ਗੁਨਾਹ ਨਾ ਰਹੇ, ਬੰਦਗੀ ਵਿੱਚ ਪ੍ਰਵਿਰਤ ਹੋ ਜਾਈਏ, ਮਨ ਬੇਨਤੀਆਂ ਕਰਨ ਨਾਲ ਟਿਕਦਾ। ਫਿਰ ਮਨ ਦੇ ਨਾਲ ਬੇਨਤੀਆਂ ਕਰੀ ਜਾਈਏ, ਮਹਾਰਾਜ ਅਸੀਂ ਇਮਤਿਹਾਨ ਵਿੱਚ ਪੂਰੇ ਹੋਣ ਦੇ ਯੋਗ ਨਹੀਂ, ਤੁਸੀਂ ਸਮਰੱਥ ਹੋ ਮਹਾਰਾਜ, ਸਾਨੂੰ ਪੂਰੀਆਂ ਕਰ ਸਕਦੇ ਹੋ।
ਮਹਾਰਾਜ ਤੁਸੀਂ ਖੋਟ ਕੱਢ ਸਕਦੇ ਹੋ, ਤੁਸੀਂ ਤਾਂ ਤੇ ਵੀ ਮਹਾਰਾਜ ਸਾਨੂੰ ਹੀ ਆਪ ਹੀ ਕਿਰਪਾ ਕਰਕੇ ਪੂਰਿਆ ਕਰ ਸਕਦੇ ਹੋ। ਗਰੀਬ ਨਿਵਾਜ ਸਤਿਗੁਰੂ ਜੀ ਫਿਰ ਜਦੋਂ ਇਉਂ ਬੇਨਤੀਆਂ ਕਰਦਾ ਨਾ, ਆਸਰਾ ਹੀ ਮਹਾਰਾਜ ਦਾ, ਹੋਰ ਕੋਈ ਆਸਰਾ ਹੀ ਹੈ ਨਹੀਂ, ਉਹਨੂੰ ਫਿਰ ਮਹਾਰਾਜ ਨੇ ਆਪ ਹੀ ਪਾਸ ਕਰਨਾ ਸੱਚੇ ਪਾਤਸ਼ਾਹ ਦੇ। ਗਰੀਬ ਨਿਵਾਜ ਸਤਿਗੁਰੂ ਜੀ ਹੀ ਉਹਨਾਂ ਨੂੰ ਫਿਰ ਸਿਖਰ ਦਾ ਸਾਧ ਸੰਗਤ ਜੀ ਰਸ ਤੇ ਆਨੰਦ ਬਖਸ਼ਦੇ ਹੈ। ਮਹਾਰਾਜ ਕਹਿੰਦੇ ਆ ਆਪ ਤਿਆਗ ਬਿਨਤੀ ਕਰੇ, ਇਹ ਨਾ ਮਾਣ ਕਰੇ ਆਪਣਾ। ਜਿਹੜਾ ਵੀ ਕੋਈ ਸੰਸਾਰ ਦੇ ਅੰਦਰ ਸਰੀਰ ਕਰਕੇ ਸਾਧ ਸੰਗਤ ਜੀ ਰੁਤਬਾ ਹੁੰਦਾ ਹੈ, ਇਹ ਬੜੀ ਜ਼ਿਆਦਾ ਅੜਚਣ ਪਾਉਂਦਾ ਰੱਬ ਨੂੰ ਮਿਲਣ ਵਾਸਤੇ। ਇਹ ਇੰਨੀ ਅੜਚਣ ਪਾਉਂਦਾ ਹੈ ਕਿ ਆਮ ਸਧਾਰਨ ਮਨੁੱਖ ਵਾਂਗੂ ਤਾਂ ਬਾਹਰ ਵਿਚਰਿਆ ਹੀ ਨਹੀਂ ਜਾਂਦਾ। ਉਹਨਾਂ ਨੂੰ ਇਉਂ ਹੀ ਲੱਗਦਾ ਰਹਿੰਦਾ ਕਿ ਮੇਰੇ ਵੱਲ ਜਿਵੇਂ ਕੋਈ ਵੇਖ ਰਿਹਾ ਹੈ, ਕਿਉਂਕਿ ਵਿਸ਼ੇਸ਼ ਜੂ ਹੋਏ ਤੇ ਵਿਸ਼ੇਸ਼ਤਾ ਹੀ ਮਨ 'ਚ ਨਹੀਂ ਵੜਨੀ ਚਾਹੀਦੀ, ਸਰੀਰ ਦੀ ਤਾਂ ਗੱਲ ਅਲੱਗ। ਤੇ ਜਿਹੜੇ ਸਾਧ ਸੰਗਤ ਜੀ ਅਹੁਦੇ ਆ ਨਾ, ਇਹ ਬੜੀ ਜ਼ਿਆਦਾ ਬਹੁਤ ਜ਼ਿਆਦਾ ਰੁਕਾਵਟ ਪਾਉਂਦੇ ਆ ਪਰਮੇਸ਼ਰ ਨੂੰ ਮਿਲਣ ਵਿੱਚ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਤਿਆਗ ਦਾ ਵੀ ਤਿਆਗ ਕਰਕੇ ਫਿਰ ਬੇਨਤੀ ਕਰੇ। ਜੇ ਤਿਆਗ ਦੀ ਵੀ ਕਰਕੇ ਕਹੇ ਕਿ ਮੈਂ ਤਿਆਗ ਕੀਤਾ ਅਸੀਂ ਤਿਆਗੀ ਆ, ਉਹ ਤਾਂ ਸਾਧ ਸੰਗਤ ਜੀ ਬਿਨ ਹਉ ਤਿਆਗ ਕਹਾਂ ਕਉ ਤਿਆਗੀ। ਮਹਾਰਾਜ ਕਹਿੰਦੇ ਕਿੱਥੇ ਕੋਈ ਤਿਆਗੀ ਬਣ ਸਕਦਾ। ਤਿਆਗ ਦਾ ਵੀ ਤਿਆਗ ਕਰਕੇ ਫਿਰ ਬੇਨਤੀ ਕਰੇ। ਇਸੇ ਕਰਕੇ ਭਗਤ ਪਿਆਰੇ ਸਾਧ ਸੰਗਤ ਜੀ ਮਹਾਂਪੁਰਸ਼ਾਂ ਦੀ ਜਿਨ੍ਹਾਂ ਸੰਗਤ ਕੀਤੀ ਨੇ ਕਿਤੇ ਜੁੜਿਆ ਹੋਇਆਂ ਦੀ, ਪਤਾ ਨਹੀਂ ਉਹ ਆਪਣੇ ਰੌਂ 'ਚ ਹੀ ਆਏ, ਕਦੇ ਕਦੇ ਮੱਥਾ ਟੇਕੀ ਜਾਂਦੇ ਆ, ਕਦੇ ਕਦੇ ਹੱਥ ਜੋੜੀ ਜਾਂਦੇ ਆ। ਤੇ ਜਿਹਨੂੰ ਸਾਧ ਸੰਗਤ ਜੀ ਉਹ ਪਤਾ ਨਹੀਂ, ਉਹ ਕੀ ਜਾਣਦਾ ਹੈ ਕਿ ਇਹ ਕਿਹਦੇ ਅੱਗੇ ਹੱਥ ਜੋੜੀ ਜਾਂਦੇ ਆ, ਕਿਹਦੇ ਅੱਗੇ ਸੀਸ ਝੁਕਾਈ ਜਾਂਦੇ ਆਪਣਾ। ਉਹ ਪਿਆਰ ਦਾ ਰੌਂ ਏ, ਖੁਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਵਿੱਚ ਹੀ ਚਿੱਤ ਜੁੜਿਆ ਹੋਇਆ ਹੈ ਤੇ ਸ਼ੀਸ਼ ਉਹਨਾਂ ਦਾ ਅਦਬ ਨਾਲ ਝੁਕਦਾ ਜਾਂਦਾ ਹੈ, ਹੱਥ ਪ੍ਰੇਮ ਨਾਲ ਜੁੜਦੇ ਜਾਂਦੇ ਹੈ। ਸੱਚੇ ਪਾਤਸ਼ਾਹ ਮਹਾਰਾਜ ਨੂੰ ਵੇਖਦਿਆਂ ਹੋਇਆਂ ਅੱਖੀਆਂ ਬੇਬਲ ਹੋਈਆਂ ਨੀਰ ਵਹਾਈ ਜਾਂਦੀਆਂ। ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਪ੍ਰੇਮ ਪ੍ਰਾਪਤ ਕਰਨਾ ਨਾ ਗੁਰਸਿੱਖੋ, ਆਪਾ ਤਿਆਗ ਕੇ ਬੇਨਤੀ ਕਰੋ ਮਹਾਰਾਜ ਦੇ ਅੱਗੇ। ਮਹਾਰਾਜ ਮੇਰੇ ਕੋਲ ਕੁਛ ਨਹੀਂ ਸੱਚੇ ਪਾਤਸ਼ਾਹ, ਗਰੀਬ ਨਵਾਜ ਮੈਂ ਭੇਟ ਵੀ ਕੀ ਕਰਾਂ, ਇਹ ਸਿਰ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਚਰਨਾਂ ਵਿੱਚ ਮੇਰਾ ਮਨਜ਼ੂਰ ਕਰ ਲਓ। ਸਤਿਗੁਰਾਂ ਦੇ ਅੱਗੇ ਸਾਧ ਸੰਗਤ ਜੀ ਜੇ ਸਤਿਗੁਰੂ ਜੀ ਨੂੰ ਭਾਵੇ ਤੇ ਇਹ ਸਿਰ ਭੇਟ ਕਰ ਦਈਏ ਨਾ, ਮਹਾਰਾਜ ਕਹਿੰਦੇ ਆ ਫਿਰ ਸਿੱਖਾ ਮੰਗ ਕੀ ਚਾਹੀਦਾ ਕੀ ਹੈ ਤੈਨੂੰ, ਜਿਹਨੇ ਸਿਰ ਹੀ ਭੇਟ ਕਰ ਦਿੱਤਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਬੇਨਤੀ ਕਰੋ ਭਾਈ ਵਾਹਿਗੁਰੂ ਜੀ ਦੇ ਅੱਗੇ, ਸਤਿਗੁਰਾਂ ਜੀ ਦੇ ਅੱਗੇ ਆਪਾ ਤਿਆਗ ਕਰਕੇ ਹੰਕਾਰ ਤਿਆਗ ਕੇ ਬੇਨਤੀ ਕਰਨੀ ਚਾਹੀਦੀ ਆ। ਲਹੋ ਪ੍ਰਭੂ ਲੜ ਲਾਏ। ਹੇ ਪ੍ਰਭੂ ਵਾਹਿਗੁਰੂ ਸਾਨੂੰ ਮਹਾਰਾਜ ਆਪਣੇ ਪ੍ਰੇਮ ਦੇ ਲੜ ਲਾ ਲਓ। ਮਹਾਰਾਜ ਸਤਿਗੁਰਾਂ ਜੀ ਦੇ ਅੱਗੇ ਬੇਨਤੀ ਕਰੀਏ, ਮਹਾਰਾਜ ਸਾਨੂੰ ਵੀ ਆਪਣੇ ਲੜ ਲਾ ਲਓ। ਪੰਜਾਂ ਪਿਆਰਿਆਂ ਨੂੰ ਲੜ ਲਾਇਆ ਸੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਤੇ ਕੀ ਕਿਹਾ ਸੀ? ਮਹਾਰਾਜ ਕਹਿੰਦੇ ਮੇਰਾ ਰੂਪ ਹੋ ਤੁਸੀਂ, ਅਸੀਂ ਖੁਦ ਆਪ ਹਾਂ। ਤੇ ਇਹ ਨਹੀਂ ਕਿ ਹੁਣ ਨਹੀਂ, ਮਹਾਰਾਜ ਸਾਹਿਬ ਜੀ ਨੇ ਕਿਹਾ ਕਿ ਸਦਾ ਲਈ ਜਦੋਂ ਪੰਜ ਸਿੰਘ ਖੜੇ ਹੋ ਜਾਣਗੇ ਤਿਆਰ ਪਰ ਤਿਆਰ, ਹਾਂ ਉਹ ਮੇਰੀ ਰਹਿਤ ਵਿੱਚ ਪਰਪੱਕ ਹੋਣ, ਮੇਰੀ ਬਾਣੀ ਬਾਣੇ ਦੇ ਅੰਦਰ ਪਰਪੱਕ ਹੋਣ, ਤੇ ਫਿਰ ਉੱਥੇ ਕੌਣ ਵਰਤੇਗਾ? ਸਿੱਖ ਪੰਚਨ ਮੈਂ ਮੇਰੋ ਵਾਸਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਅਸੀਂ ਪ੍ਰਤੱਖ ਆਪ ਖੜੇ ਹੋਵਾਂਗੇ। ਇਹ ਮਹਾਰਾਜ ਨੇ ਇਹੋ ਜਿਹਾ ਲੜ ਲਾਇਆ, ਲੜ ਹੀ ਨਹੀਂ ਲਾਇਆ, ਆਪਣਾ ਰੂਪ ਹੀ ਦੇ ਦਿੱਤਾ ਸੱਚੇ ਪਾਤਸ਼ਾਹ ਨੇ, ਆਪਣਾ ਸਰੂਪ ਹੀ ਬਖਸ਼ ਦਿੱਤਾ ਸੱਚੇ ਪਾਤਸ਼ਾਹ ਨੇ। ਸਰੂਪ ਬਖਸ਼ਿਆ ਸਗੋਂ ਮਹਾਰਾਜ ਨੇ ਆਪਣਾ ਸਤਿਗੁਰੂ ਕਹਿ ਕੇ ਖਾਲਸੇ ਨੂੰ ਨਮਸਕਾਰ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਉਂ ਆਪਾ ਤਿਆਗ ਕਰਕੇ ਬੇਨਤੀ ਕਰੀਏ, ਮਹਾਰਾਜ ਸਾਨੂੰ ਆਪਣੇ ਅਭੇਦ ਨਿਸ਼ਚੈ ਰੂਪੀ ਲੜ ਲਾ ਲਓ, ਪ੍ਰੇਮ ਦੇ ਮਹਾਰਾਜ ਲੜ ਲਾ ਲਓ ਜੀ। ਜੋ ਹਰ ਕੰਤ ਮਿਲਾਇਆ, ਜੋ ਕੰਤ ਪਤੀ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਈਆਂ ਨੇ, ਮਹਾਂਪੁਰਖ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਆਪਣੇ ਵਿੱਚ ਅਭੇਦ ਕਰ ਲਿਆ ਏ, ਸੇ ਵਿਛੜ ਕਤਹਿ ਨਾ ਜਾਏ। ਸਾਧ ਸੰਗਤ ਜੀ ਉਹਨਾਂ ਦਾ ਜਦੋਂ ਸਰੀਰ ਛੱਡਣ ਦਾ ਵਕਤ ਆਉਂਦਾ ਨਾ, ਉਹਨਾਂ ਦੇ ਪ੍ਰਾਣ ਕਿਸੇ ਹੋਰ ਜਾਏ ਜਗ੍ਹਾ ਨੂੰ, ਕਿਸੇ ਹੋਰ ਦੇਸ਼ ਨੂੰ ਗਮਨ ਨਹੀਂ ਕਰਦੇ। ਵਿਛੜ ਕਤਹਿ ਨਾ ਜਾਏ, ਉਹ ਵਿਛੜ ਕਰਕੇ ਕਿਧਰੇ ਹੋਰ ਨਹੀਂ ਜਾਂਦੇ। ਜਦੋਂ ਕਹਿੰਦੇ ਆ ਕਿ ਜਦੋਂ ਕੋਈ ਜੁੜ ਜਾਵੇ ਫਿਰ ਵੀ ਵਿਛੜ ਜਾਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਇੱਕ ਵਾਰੀ ਜੁੜ ਜਾਂਦਾ ਨਾ ਮੇਰੇ ਵਾਹਿਗੁਰੂ ਨਾਲ, ਉਹ ਸਾਧ ਸੰਗਤ ਜੀ ਵਿਛੜ ਕੇ ਫਿਰ ਜੂਨਾਂ ਦੇ ਜਾਏ ਜਗ੍ਹਾ ਵਿੱਚ ਨਹੀਂ ਜਾਂਦਾ।
ਉਹ ਵਿਛੜ ਕਰਕੇ ਕਿਤੇ ਨਾ ਸ਼ਿਵਪੁਰੀ ਵਿੱਚ, ਨਾ ਇੰਦਰਪੁਰੀ ਵਿੱਚ, ਨਾ ਬ੍ਰਹਮਪੁਰੀ ਵਿੱਚ, ਕਿਤੇ ਹੋਰ ਨਹੀਂ ਜਾਂਦਾ। ਉਹ ਤਾਂ ਭਾਈ ਸਿੱਧਾ ਸੱਚਖੰਡ ਹੀ ਜਾਂਦਾ ਹੈ। ਵਾਹਿਗੁਰੂ ਵਿੱਚ ਹੀ ਅਭੇਦ ਹੁੰਦਾ ਹੈ। ਮਹਾਰਾਜ ਕਹਿੰਦੇ ਭਾਈ ਬ੍ਰਹਮ ਗਿਆਨੀ ਦੀ ਇਹ ਅਵਸਥਾ ਹੈ, ਜਿਨ੍ਹਾਂ ਨੂੰ ਕੰਤਪਤੀ ਵਾਹਿਗੁਰੂ ਨੇ ਆਪਣੇ ਨਾਲ ਮਿਲਾ ਲਿਆ, ਉਹ ਵਿਛੜ ਕਰ ਕਿਧਰੇ ਹੋਰ ਨਹੀਂ ਜਾਂਦੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਵਿੱਚ ਹੀ ਅਭੇਦ ਹੋ ਜਾਂਦੇ ਆ। ਇਉਂ ਸਾਧ ਸੰਗਤ ਜੀ ਜਿਹੜੇ ਸੇਵਾ ਕਰਦੇ ਆ ਨਾ, ਬੜੇ ਬੜੇ ਬਚਨ ਨੇ ਗੁਰਮੁਖਾਂ ਨੂੰ। ਕਿਸੇ ਨੂੰ ਸਰੀਰ ਦਾ ਅੰਤ ਦਾ ਵੇਲਾ ਆਇਆ ਜਿਸ ਵਿੱਚ ਭਾਵਨਾ ਹੋਵੇ, ਤੇ ਇੱਕ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਕੋਲ ਪ੍ਰੇਮੀ ਸੀਗਾ। ਮਹਾਂਪੁਰਖਾਂ ਦੇ ਸੱਚਖੰਡ ਜਾਣ ਤੋਂ ਬਾਅਦ ਜਦੋਂ ਉਹਨੇ ਸਰੀਰ ਛੱਡਣਾ ਸੀ, ਵਕਤ ਆਇਆ, ਕਹਿੰਦਾ ਅੱਜ ਰਾਤ ਮੈਨੂੰ ਸੁਪਨਾ ਆਇਆ, ਸੰਤ ਮਹਾਰਾਜ ਕਹਿੰਦੇ ਚੱਲ ਭਾਈ ਤੈਨੂੰ ਸੱਚਖੰਡ ਲੈ ਚੱਲੀਏ। ਦਿਨੇ ਉਸਨੇ ਸਰੀਰ ਛੱਡ ਦਿੱਤਾ। ਕਿਸੇ ਨੂੰ ਇਉਂ ਪ੍ਰਤੀਤ ਹੋਇਆ, ਕਹਿੰਦੇ ਮਹਾਰਾਜ 5 ਪਿਆਰਿਆਂ ਦਾ ਦਰਸ਼ਨ ਹੋਣ ਲੱਗ ਪਿਆ। 5 ਪਿਆਰਿਆਂ ਦਾ ਦਰਸ਼ਨ ਹੁੰਦਾ ਹੈ, ਜਿਹਨੂੰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਇਹੋ ਜਿਹਾ ਦਰਸ਼ਨ ਹੋ ਰਿਹਾ। ਤੇ ਸਾਧ ਸੰਗਤ ਜੀ ਦੇਖੋ, ਥੋੜੇ ਚਿਰ ਨੂੰ ਸਰੀਰ ਸ਼ਾਂਤ ਹੋ ਜਾਂਦਾ ਹੈ ਤੇ ਕੋਈ ਗੁਰਮੁਖ ਸਰੀਰ ਛੱਡਣ ਲੱਗਦੇ ਆ, ਇਹੋ ਜਿਹਾ ਪ੍ਰਕਾਸ਼ ਦਾ ਝਲਕਾਰਾ ਵੱਜਦਾ, ਵੇਖਣ ਵਾਲੇ ਹੈਰਾਨ ਹੋ ਜਾਂਦੇ, ਇੰਨਾ ਪ੍ਰਕਾਸ਼ ਕਿਵੇਂ ਹੋ ਗਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਆਪਣੇ ਸਰੂਪ ਵਿੱਚ ਅਭੇਦ ਕਰ ਲੈਂਦੇ ਆ। ਮਹਾਰਾਜ ਕਹਿੰਦੇ ਭਾਈ ਹੋਰ ਕਿਸੇ ਜਾਏ ਜਗ੍ਹਾ ਵਿੱਚ ਉਹਨਾਂ ਦੇ ਪ੍ਰਾਣ ਕਿਸੇ ਦੇਸ਼ ਨੂੰ ਗਵਨ ਨਹੀਂ ਕਰਦੇ, ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਆ। ਪ੍ਰਭ ਵੇਣ ਦੂਜਾ ਕੋ ਨਹੀਂ, ਪ੍ਰਭੂ ਤੋਂ ਬਿਨਾ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਦੂਜਾ ਹੋਰ ਕੋਈ ਵੀ ਨਹੀਂ, ਉਹ ਤਾਂ ਵਾਹਿਗੁਰੂ ਵੇਖਦੇ ਸਭ ਦੇ ਅੰਦਰ। ਨਾਨਕ ਹਰ ਸ਼ਰਨ ਆਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ 5ਵਾਂ ਸਰੂਪ ਸਤਿਗੁਰੂ ਜੀ ਕਹਿੰਦੇ ਭਾਈ ਹਰੀ ਦੀ ਸ਼ਰਨ ਪਏ ਰਹਿੰਦੇ ਆ, ਵਾਹਿਗੁਰੂ ਦੀ ਸ਼ਰਨ ਰਹਿੰਦੇ ਆ। ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਤੋਂ ਬਿਨਾ ਦੂਜਾ ਕੋਈ ਨਹੀਂ, ਉਹਨਾਂ ਨੇ ਜਾਣਾ ਕਿੱਥੇ? ਫਿਰ ਉਹਨਾਂ ਨੂੰ ਪਰਮੇਸ਼ਰ ਹੀ ਦਿਸਦਾ ਹੈ, ਹਰ ਸਮੇਂ ਮਹਾਰਾਜ ਦੀ ਸ਼ਰਨ 'ਚ ਹੀ ਰਹਿੰਦੇ ਆ। ਅਸੂ ਸੁਖੇ ਵਸੰਦੀਆਂ। ਸਤਿਗੁਰੂ ਜੀ ਅਸੂ ਦੇ ਮਹੀਨੇ ਦਾ, ਸਰਦ ਰੁੱਤ ਦਾ ਇਹ ਪਹਿਲਾ ਮਹੀਨਾ ਮਹਾਰਾਜ ਸਮਾਪਤੀ ਕਰਦੇ ਹੋਏ ਕਹਿੰਦੇ ਭਾਈ ਅਸੂ ਦੇ ਮਹੀਨੇ ਵਿੱਚ ਉਹ ਜਗਿਆਸੂ, ਉਹ ਮਹਾਤਮਾ ਰੂਪੀ ਸਖੀਆਂ ਮਹਾਰਾਜ ਕਹਿੰਦੇ ਸੁਖੀ ਵਸਦੀਆਂ ਨੇ। ਜਿਨਾ ਮਾਇਆ ਹਰ ਰਾਏ। ਹਰੀ ਜੋ ਰਾਏ ਰਾਜਾ ਸਰੂਪ ਹੈ, ਮੇਰੇ ਵਾਹਿਗੁਰੂ ਦੀ ਜਿਨ੍ਹਾਂ ਮਹਾਂਪੁਰਸ਼ਾਂ ਦੇ ਉੱਤੇ ਆਪਣੀ ਮਾਇਆ ਹੈ ਨਾ, ਅਨੁਕੰਪਾ ਹੈ, ਕਿਰਪਾ ਹੈ, ਦਇਆ ਹੈ। ਮਹਾਰਾਜ ਕਹਿੰਦੇ ਅਸੂ ਦੇ ਮਹੀਨੇ ਵਿੱਚ ਭਾਈ ਉਹ ਸੁਖੀ ਵਸਦੇ ਆ। ਇਹੋ ਜਿਹਾ ਰੁੱਤ ਦਾ ਨਾਲੇ ਸੁਖਾਵਾਂ ਮਾਹੌਲ, ਤੇ ਉਹਨਾਂ ਦੇ ਅੰਦਰ ਵੀ ਸਾਧ ਸੰਗਤ ਜੀ ਉਹ ਸੁੱਖ ਲੱਗਦਾ ਹੈ। ਬਾਹਰੋਂ ਵੀ ਰੁੱਤ ਦਾ ਸੁੱਖ ਬੜਾ ਹੀ ਮਾਣਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹੋ ਜਿਹਾ ਉਹਨਾਂ ਦਾ ਹਿਰਦਾ ਆਨੰਦਿਤ ਹੋ ਜਾਂਦਾ ਹੈ। ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਰਾਏ ਰਾਜਾ ਸਰੂਪ ਵਾਹਿਗੁਰੂ ਦੀ ਜਿਨ੍ਹਾਂ ਉੱਤੇ ਮਾਇਆ ਕਿਰਪਾ ਹੈ, ਉਹ ਸਦਾ ਹੀ ਸੁਖੀ ਵਸਦੇ ਹੈ। ਉਹਨਾਂ ਦਾ ਤਾਂ ਲੋਕ ਸੁਖੀਆ, ਪਰਲੋਕ ਸੁਹੇਲੇ ਹੋ ਜਾਂਦੇ। ਸਾਧ ਸੰਗਤ ਜੀ ਇਉਂ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹੈ। ਇਹ ਸਤਿਗੁਰਾਂ ਜੀ ਨੇ ਅਸੂ ਦੇ ਮਹੀਨੇ ਦਾ ਉਪਦੇਸ਼ ਬਖਸ਼ਿਆ। ਹਜੂਰ ਰਹਿਮਤ ਕਰਨ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਪ੍ਰਭ ਵੇਣ ਦੂਜਾ ਕੋ ਨਹਿ, ਨਾਨਕ ਹਰ ਸ਼ਰਨ ਆਏ। ਅਸੂ ਸੁਖੇ ਵਸੰਦੀਆਂ ਜਿਨਾ ਮਾਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬ